ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਦਿ ਨਿਰੰਜਨ ਹੈ ਗੁਰ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰੇ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਸੁਰਤ ਨ ਸਿਧ, ਗੁਰੂ ਬਿਨ ਮੁਕਤ ਨ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸੁਪਨ, ਅਗਨ ਕੱਟਹਿ ਸਭ ਤੇਰੇ। ਗੁਰ ਨੈਣ ਬੈਨ ਗੁਰ ਗੁਰ ਕਰਹੁ, ਗੁਰੂ ਸਤ ਕਵ ਨਲ ਕਹੈ। ਜਿਨ ਗੁਰੂ ਨਾ ਦੇਖਿਓ ਨਹੁ ਕੀਓ, ਤੇ ਅਕਿਆਥ ਸੰਸਾਰ ਮਹਿ। ਜਿਨ ਗੁਰੂ ਨਾ ਦੇਖਿਓ ਨਹੁ ਕੀਓ, ਤੇ ਅਕਿਆਥ ਸੰਸਾਰ ਮਹਿ। ਅਮੈ ਦ੍ਰਿਸ਼ਟ ਸ਼ੋਭ ਕਰੈ, ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰ ਹੈ ਖੋਵੈ। ਗੁਰ ਨਵ ਨਿਧ ਦਰਿਆਉ, ਜਨਮ ਹਮ ਕਾਲਖ ਧੋਵੈ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਗੁਰੂ ਬਚਨ ਪਾਲਿਓ ਨਹੀਂ, ਸਿੰਘ ਮਨ ਕੋ ਨਹੀਂ ਮਾਰ। ਗੁਰ ਬਚਨ ਸਿੰਘ ਕੀ ਬੇਨਤੀ, ਲਾਜ ਤੋਹੇ ਨਿਰੰਕਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੈ ਹੋ ਤੁਮ ਕਥਾ ਸੁਧਾਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਨਾਵਾ। ਅਬ ਮੈਂ ਕੌਣ ਉਪਾਉ ਕਰੋ, ਜਿਹ ਬਿਦ ਮਨ ਕੋ ਸੰਸਾ ਚੂਕੈ। ਭਉ ਨਿਧ ਪਾਰ ਪਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ, ਚਵਰ ਤਖਤ ਛਤਰ ਸਿੰਘਾਸਣ ਦੇ ਮਾਲਕ, ਗਰੀਬ ਨਿਵਾਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਮਹਾਰਾਜ ਜੀਆਂ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ। ਜੋ ਸਤ ਸੰਗਤ ਦੀਆਂ ਘੜੀਆਂ ਹਜੂਰ ਨੇ ਬਖਸ਼ੀਆਂ ਹਨ, ਜਿਸ ਤਰ੍ਹਾਂ ਬਚਨ ਆਉਂਦੇ ਹਨ, ਜਹਾਂ ਧਰਮਸ਼ਾਲਾ ਤਹਾਂ ਨਿਤ ਜਈਐ, ਗੁਰੂ ਦਰਸ ਕੀਜੈ ਮਹਾ ਸੁਖ ਪਈਐ। ਜਿੱਥੇ ਧਰਮਸ਼ਾਲਾ ਭਾਵ ਗੁਰੂ ਘਰ ਹੈ, ਹਜੂਰ ਦੇ ਬਚਨ ਹਨ, ਉੱਥੇ ਨਿਤ ਜਾਓ ਮੇਰੇ ਗੁਰਸਿੱਖੋ, ਕਿਉਂਕਿ ਹਜੂਰ ਦੇ ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸਿਆ ਗੁਰੂ ਕੈ, 68 ਮੱਜਨ ਹੋਏ। ਇਸੇ ਤਰ੍ਹਾਂ ਸਾਧ ਸੰਗਤ ਜੀ, ਹਜੂਰ ਦੇ ਦਰਸ਼ਨ ਪਰਸਨ ਮਾਤਰ ਸੇ ਹੀ ਜਨਮਾਂ ਮਰਨਾਂ ਦਾ ਚੱਕਰ ਮੁੱਕ ਜਾਂਦਾ ਹੈ। 68 ਤੀਰਥਾਂ ਦੇ ਇਸ਼ਨਾਨ ਹੋ ਜਾਂਦੇ ਹਨ। ਮਹਾ ਸੁਖ ਪਈਐ, ਮਹਾਨ ਸੁਖ ਨਾਮ ਦੀ ਪ੍ਰਾਪਤੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਪਰਸਨੇ ਮਾਤਰ ਸੇ ਹੀ ਗੁਰਸਿੱਖਾਂ ਨੂੰ ਪ੍ਰਾਪਤੀ ਹੁੰਦੀ ਹੈ। ਕੱਲ ਸਾਧ ਸੰਗਤ ਜੀ, ਹਜੂਰ ਦੀਆਂ ਲਾਡਲੀਆਂ ਫੌਜਾਂ ਵੱਲੋਂ ਹੋਲੇ ਮਹੱਲਾ ਬੜੀ ਹੀ ਸਾਧ ਸੰਗਤ ਜੀ ਜਾਹੋ ਜਲਾਲ ਦੇ ਨਾਲ ਸ਼ਸਤਰ ਵਿਦਿਆ ਦੇ ਜਿੱਥੇ ਪ੍ਰਦਰਸ਼ਨ ਹੋਏ, ਉੱਥੇ ਹੀ ਬਾਣੀ ਦੇ ਪ੍ਰਵਾਹ ਛੁੱਟੇ। ਹਜੂਰ ਦੀਆਂ ਫੌਜਾਂ ਨੇ ਬੜੇ ਪ੍ਰੇਮ ਦੇ ਨਾਲ ਕੱਲ ਹੋਲਾ ਮਹੱਲਾ ਕੱਢਿਆ। ਸਾਧ ਸੰਗਤ ਜੀ, ਜਿਸ ਤਰ੍ਹਾਂ ਆਨੰਦਪੁਰ ਸਾਹਿਬ ਜੀਆਂ ਦੀ ਧਰਤੀ, ਜਿਸ ਤਰ੍ਹਾਂ ਸਾਧ ਸੰਗਤ ਜੀ ਇਹ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਇੱਥੇ ਵਸੋ ਕਰਵਾਈ ਸੀ। ਇਹ ਮਾਖੋਵਾਲ ਦੀ ਧਰਤੀ, ਜਿੱਥੇ ਮਾਖੋ ਦੈਂਤ ਰਹਿੰਦਾ ਸੀ। ਹਜੂਰ ਦੇ ਦਰਸ਼ਨ ਕਰਕੇ ਪਸ਼ੂ ਪੰਛੀ ਕੀ ਵੱਡੇ ਵੱਡੇ ਦੈਂਤਾਂ ਦਾ ਉਦਾਰ ਹੋਇਆ। ਉਸ ਤੋਂ ਬਾਅਦ ਹਜੂਰ ਨੇ ਮਾਤਾ ਜੀਆਂ ਦੇ ਨਾਮ ਤੇ ਚੱਕ ਨਾਨਕੀ ਨਾਮ ਰੱਖਿਆ। ਇਸ ਤੋਂ ਬਾਅਦ ਹਜੂਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੇ ਆਨੰਦਪੁਰ ਸਾਹਿਬ ਨਾਮ ਦੇ ਕੇ ਹਜੂਰ ਨੇ ਇਸ ਧਰਤੀ ਨੂੰ ਨਿਵਾਜਿਆ। ਅਤੇ ਸਾਧ ਸੰਗਤ ਜੀ, ਇਸ ਧਰਤੀ ਦੀ ਜੇ ਖਾਸੀਅਤ ਗਿਣਨਾ ਕਰੀਏ ਤਾਂ ਗਿਣੀ ਨਹੀਂ ਜਾ ਸਕਦੀ। ਇਹ ਵੀ ਮੰਨਿਆ ਜਾਂਦਾ ਹੈ ਕਿ ਜੇ ਸਾਰੀ ਦੁਨੀਆ ਤੇ ਮਹਾਂਪੁਰਸ਼ ਬਚਨ ਕਿਹਾ ਕਰਦੇ ਸੀ, ਜੇ ਸਾਰੀ ਦੁਨੀਆ ਤੇ ਪਰਮਾਣੂ ਅਸਰ ਕਰ ਸਕਦਾ ਹੈ, ਇਸ ਧਰਤੀ ਤੇ ਪਰਮਾਣੂ ਵੀ ਨਹੀਂ ਅਸਰ ਕਰੇਗਾ, ਸਭ ਕੁਝ ਉਜੜ ਜਾਵੇਗਾ। ਪਰ ਆਨੰਦਪੁਰ ਸਾਹਿਬ ਜੀਆਂ ਦੀ ਧਰਤੀ ਸਦਾ ਵਸਦੀ ਰਹੇਗੀ। ਜੇ ਸਾਇੰਸ ਦੇ ਤਰੀਕੇ ਨਾਲ ਦੇਖਿਆ ਜਾਵੇ ਤਾਂ ਸਾਇੰਸ ਵੀ ਅੱਜ ਮੰਨਦੀ ਹੈ, ਕਿਉਂਕਿ ਆਸੇ-ਪਾਸੇ ਪਾਣੀ ਦੇ ਸੋਮੇ ਹੀ ਇੰਨੇ ਹਨ। ਧਰਤੀ ਤੇ ਸਾਧ ਸੰਗਤ ਜੀ, ਬਾਜਾਂ ਵਾਲੇ ਪਿਤਾ ਜੀਆਂ ਦਾ ਅੱਜ ਵੀ ਅਸਮਾਨ ਸਪਰਸ਼ ਆਪਣੇ ਹਿਰਦੇ ਵਿੱਚ ਯਾਦਾਂ ਲਕੋਈ ਬੈਠਾ ਹੈ। ਧਰਤੀ ਹਜੂਰ ਦੇ ਖਾਲਸੇ ਦੇ ਹਰ ਸਾਲ ਦਰਸ਼ਨ ਕਰਦੀ ਹੈ। ਸਾਧ ਸੰਗਤ ਜੀ, ਵਾਸੀ ਸਭ ਸ੍ਰੀ ਖਾਲਸਾ, ਪੁਰ ਆਨੰਦ ਸਿਰਮੌਰ, ਦਇਆ ਸਿੰਧ ਸ੍ਰੀ ਸਤਿਗੁਰੂ, ਬਸਤ ਸਦਾ ਜਿਹ ਠੌਰ। ਸਭ ਖਾਲਸਾ ਮਹਾਰਾਜ ਜੀਆਂ ਦਾ, ਆਨੰਦਪੁਰ ਸਾਹਿਬ ਜੀਆਂ ਦਾ ਵਾਸੀ ਹੈ। ਦਇਆ ਦੇ ਸਮੁੰਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਿੱਥੇ ਸਦਾ ਹੀ ਵਸਦੇ ਹਨ ਆਪਣੇ ਖਾਲਸੇ ਦੇ ਵਿੱਚ। ਜਿਸ ਤਰ੍ਹਾਂ ਬਚਨ ਆਉਂਦਾ ਹੈ, ਰੁੱਤ ਬਸੰਤ ਇਤਨੇ ਮੋ ਆਈ, ਹੋਰੀ ਕੀ ਤਿਆਰੀ ਕਰਵਾਈ। ਜਿਸ ਤਰ੍ਹਾਂ ਸਾਧ ਸੰਗਤ ਜੀ, ਇਹ ਭਾਰਤ ਵਿੱਚ ਤਿਉਹਾਰ ਮਨਾਏ ਜਾਂਦੇ ਸਨ। ਬਸੰਤ ਰੁੱਤ ਆਈ, ਸੰਗਤਾਂ ਨੇ ਸਾਧ ਸੰਗਤ ਜੀ ਜਿਸ ਸਮੇਂ ਉਦੋਂ ਹੋਲੀ ਆਈ, ਮਹਾਰਾਜ ਜੀਆਂ ਨੇ ਭਾਰੀ ਮਾਤਰਾ ਦੇ ਵਿੱਚ ਗੁਰਸਿੱਖਾਂ ਨੇ ਅੰਮ੍ਰਿਤ ਛਕਿਆ, ਗੁਰੂ ਕੇ ਜਹਾਜ਼ੇ ਚੜੇ। ਉਸ ਦਿਨ ਰਾਤ ਹਜੂਰ ਨੇ ਆਖਿਆ ਸੀ, ਕੱਲ ਨੂੰ ਸਾਡਾ ਖਾਲਸਾ ਹੋਲਾ ਕੱਢੇਗਾ, ਕਹਿਓ ਕਿਰਪਾ ਨਿਧ ਬਚਨ ਅਮੋਲਾ, ਔਰਨ ਕੀ ਹੋਲੀ ਮਮ ਹੋਲਾ। ਕਿਰਪਾ ਦੇ ਨਿਧ, ਕਿਰਪਾ ਦੇ ਖਜ਼ਾਨੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੇ ਮੁਖੋਂ ਨਿਕਲੇ ਹੋਏ ਇਹ ਅਮੋਲਕ ਵਾਕ, ਜਿਨ੍ਹਾਂ ਦਾ ਸਾਧ ਸੰਗਤ ਜੀ ਕੋਈ ਮੁੱਲ ਨਹੀਂ ਹੈ। ਮਹਾਰਾਜ ਜੀਆਂ ਨੇ ਫਰਮਾਇਆ, ਔਰਨ ਕੀ ਹੋਲੀ ਮਮ ਹੋਲਾ, ਸਾਡਾ ਖਾਲਸਾ ਮੱਲਾ ਚੜੇਗਾ। ਇਹ ਮਹਾਰਾਜ ਜੀਆਂ ਨੇ ਮਰੇ ਹੋਏ ਤਿਉਹਾਰ ਦੇ ਵਿੱਚ ਜਿਸ ਤਰ੍ਹਾਂ ਜਾਨ ਪਾ ਦਿੱਤੀ, ਕਿਉਂਕਿ ਸਾਧ ਸੰਗਤ ਜੀ ਹੋਲੀ ਵਾਲੇ ਦਿਨ ਇਹ ਭਾਰਤ ਵਰਸ਼ ਦੇ ਲੋਕ ਜਿਸ ਤਰ੍ਹਾਂ ਜੂਆ ਖੇਡਿਆ ਕਰਦੇ ਸਨ, ਚਿੱਕੜ ਇੱਕ ਉੱਤੇ ਪਾਇਆ ਕਰਦੇ ਸਨ, ਹੋਰ ਬੜੇ ਤਰ੍ਹਾਂ ਦੇ ਕੁਕਰਮ ਕਰਦੇ ਸਨ। ਮਹਾਰਾਜ ਜੀਆਂ ਨੇ ਇਸ ਤਿਉਹਾਰ ਨੂੰ ਨਵੀਂ ਰੰਗਤ ਚਾੜ ਦਿੱਤੀ। ਹਜੂਰ ਨੇ ਸਾਧ ਸੰਗਤ ਜੀ ਗੁਰਸਿੱਖਾਂ ਨੂੰ ਫਿਰ ਉੱਥੇ ਹੁਕਮ ਵੀ ਲਾਏ ਸਨ। ਜਿਸ ਤਰ੍ਹਾਂ ਪਿੱਛੇ ਆਪ ਜੀਆਂ ਨੇ ਕਥਾ ਸੁਣੀਆਂ ਸੀ, ਜਿਸ ਤਰ੍ਹਾਂ ਜੋਟੀਆਂ ਦੇ ਵਿੱਚ ਗੁਰਸਿੱਖ ਸੰਗਤਾਂ ਕੀਰਤਨ ਗਾਉਂਦੀਆਂ ਆਉਂਦੀਆਂ ਸਨ, ਢੋਲਕੀਆਂ ਛੈਣੇ ਲੈ ਕੇ ਆਉਂਦੇ ਸਨ, ਰਾਹ ਦੇ ਵਿੱਚ ਗੁੱਜਰ ਰੰਗੜ ਇਤਿਆਦਿਕ ਹਜੂਰ ਦੀ ਆਉਂਦੀ ਹੋਈ ਸੰਗਤ ਨੂੰ ਜਿਸ
ਤਰ੍ਹਾਂ ਤੰਗ ਕਰਦੇ ਸਨ, ਲੁੱਟ ਲੈਂਦੇ ਸਨ, ਕਈਆਂ ਨੂੰ ਭਾਵ ਸ਼ਹੀਦ ਵੀ ਕਰ ਦਿੰਦੇ ਸਨ। ਉੱਥੇ ਹਜੂਰ ਨੇ ਫਿਰ ਬਚਨ ਕਹੇ ਸੀ, ਜਿੱਥੇ ਢੋਲਕੀਆਂ ਤੇ ਛੈਣੇ ਲੈ ਕੇ ਆਉਂਦੇ ਹੋ ਉੱਥੇ ਚੰਗੇ ਤੋਂ ਚੰਗੇ ਸ਼ਸਤਰ ਨਾਲ ਆਪਣੇ ਗਾਤਰੇ ਕਰਕੇ ਆਇਆ ਕਰੋ, ਕਿਉਂਕਿ ਸਾਧ ਸੰਗਤ ਜੀ ਇਹ ਹਜੂਰ ਨੇ ਜੋ ਇਹ ਮਹੱਲਾ ਕੱਢਿਆ ਹੈ ਇਹ ਵੀ ਆਪਣੇ ਆਪ ਵਿੱਚ ਇੱਕ ਆਜ਼ਾਦੀ ਹੈ। ਕਿਉਂਕਿ ਸਾਧ ਸੰਗਤ ਜੀ ਉਸ ਸਮੇਂ ਦੇ ਜੋ ਬਾਦਸ਼ਾਹ ਕਿਹਾ ਕਰਦੇ ਸਨ ਕਿ ਸਾਡੇ ਰਾਜ ਦੇ ਵਿੱਚ ਕੋਈ ਸੀਸ ਤੇ ਪਗੜੀ ਨਹੀਂ ਸਜਾ ਸਕਦਾ, ਕੋਈ ਗਾਤਰੇ ਸ੍ਰੀ ਸਾਹਿਬ ਨਹੀਂ ਪਹਿਨ ਸਕਦਾ, ਕੋਈ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ, ਕੋਈ ਸੋਹਣੇ ਜੋ ਭਾਵ ਹੈ ਧਾਤ ਦੇ ਬਰਤਨਾਂ ਵਿੱਚ ਨਹੀਂ ਛਕ ਸਕਦਾ, ਕਿਉਂਕਿ ਐਸਾ ਜਰਵਾਣਾ ਰਾਹ ਸੀ ਉਸ ਸਮੇਂ ਦਾ। ਹਜੂਰ ਨੇ ਕਿਹਾ ਸੀ ਸਾਡਾ ਖਾਲਸਾ ਘੋੜੇ ਦੀ ਵੀ ਸਵਾਰੀ ਕਰੇਗਾ, ਇੱਕ ਨਹੀਂ 2 ਘੋੜਿਆਂ ਦੀ ਵੀ ਸਵਾਰੀ ਕਰੇਗਾ। ਤਾਂ ਮਹੱਲਿਆਂ ਤੇ ਆਪ ਦੇਖਦੇ ਹੋ ਖਾਲਸਾ 5-5 ਘੋੜਿਆਂ ਤੇ ਵੀ ਸਵਾਰੀ ਕਰਦਾ ਹੈ। ਉਸ ਸਮੇਂ ਹਜੂਰ ਨੇ ਜਿਸ ਤਰ੍ਹਾਂ ਦੂਰੀਆਂ ਦਸਤਾਰਾਂ ਬਖਸ਼ੀਆਂ ਹਨ, ਅੱਜ ਕੱਲ ਤਾਂ ਜਿੱਦਾਂ ਆਪਾਂ ਪੱਗ ਦੇ ਥੱਲੇ ਵੀ ਜਿਸ ਤਰ੍ਹਾਂ ਵੀਰ ਸਜਾਉਂਦੇ ਹਨ, ਥੱਲੇ ਇੱਕ 50 ਆਦਿਕ ਛੋਟਾ ਸਜਾਉਂਦੇ ਹਨ, ਪਰ ਜਦੋਂ ਦਮਾਲਾ ਸਜਾਉਣਾ ਹੋਵੇ ਥੱਲੇ ਇੱਕ ਛੋਟੀ ਦਸਤਾਰ ਸਜਾਉਣੀ ਪੈਂਦੀ ਹੈ, ਉੱਪਰ ਦੀ ਫਿਰ ਇੱਕ ਵੱਡੀ। ਇਸ ਤੋਂ ਉਪਰੰਤ ਹਜੂਰ ਨੇ ਕਿਹਾ ਸੀ ਸਾਡਾ ਖਾਲਸਾ ਗਾਤਰੇ ਵਿੱਚ ਇੱਕ ਨਹੀਂ 2 ਸ੍ਰੀ ਸਾਹਿਬਾਂ ਪਾਇਆ ਕਰੇਗਾ। ਤਾਂ ਸਾਧ ਸੰਗਤ ਜੀ ਇਤਿਆਦਿਕ ਹਜੂਰ ਨੇ ਸਰਬ ਲੋਹ ਦੇ ਬਰਤਨ ਬਖਸ਼ੇ ਹਨ, ਕਿਉਂਕਿ ਇਹ ਪਹਿਲੇ ਜੋ ਸਨ ਜਰਵਾਣੇ ਰਾਜੇ ਇਹ ਸਾਧ ਸੰਗਤ ਜੀ ਰਾਸ਼ੀ ਚਿੰਨ ਹੋਇਆ ਕਰਦੇ ਹਨ, ਰਾਜੇ ਮਹਾਰਾਜਿਆਂ ਵਾਲੇ ਜੋ ਹਜੂਰ ਨੇ ਸਾਡੇ ਖਾਲਸੇ ਨੂੰ ਬਖਸ਼ੇ ਹਨ। ਹਜੂਰ ਨੇ ਕਿਹਾ ਸੀ ਜਿੱਥੇ ਹੁਣ ਤੁਸੀਂ ਦੂਸਰੀਆਂ ਭੇਟਾਵਾਂ ਲੈ ਕੇ ਆਉਂਦੇ ਹੋ ਉੱਥੇ ਸਾਡੇ ਦਰਬਾਰ ਦੇ ਵਿੱਚ ਸ੍ਰੀ ਸਾਹਿਬ ਘੋੜੇ ਜਵਾਨੀਆਂ ਭੇਟ ਕਰਨ ਗੁਰਸਿੱਖ ਮਹਾਰਾਜੀਆਂ ਨੇ ਸਾਧ ਸੰਗਤ ਜੀ ਫਿਰ ਖਾਲਸਾ ਫੌਜ ਤਿਆਰ ਕੀਤੀ। ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜੀਆਂ ਨੇ ਇਹ ਨਿਰਮਲ ਪੰਥ ਸੀ ਜੋ ਖਾਲਸਾ ਹਜੂਰ ਨੇ ਰਬਾਬ ਦੀਆਂ ਧੁਨਾਂ ਤੋਂ ਅੰਮ੍ਰਿਤ ਗੁਰਬਾਣੀ ਵਿੱਚੋਂ ਹਜੂਰ ਨੇ ਪ੍ਰਗਟ ਕੀਤਾ ਅਤੇ 10ਵੇਂ ਪਾਤਸ਼ਾਹ ਜੀਆਂ ਨੇ ਖਾਲਸਾ ਅਕਾਲ ਪੁਰਖ ਕੀ ਫੌਜ ਮਹਾਰਾਜ ਜੀਆਂ ਨੇ ਇਹ ਜੋ ਅਕਾਲ ਪੁਰਖ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੀ ਫੌਜ ਹੈ ਨਿਰਮਲ ਤੋਂ ਹਜੂਰ ਨੇ ਖਾਲਸੇ ਕਰ ਦਿੱਤੇ। ਰਬਾਬ ਦੀਆਂ ਮਿੱਠੀਆਂ ਤੁਰੰਗਾਂ ਦੇ ਵਿੱਚੋਂ ਗੁਰਬਾਣੀ ਦੀਆਂ ਜਿਸ ਤਰ੍ਹਾਂ ਅੰਮ੍ਰਿਤ ਦਾ ਪ੍ਰਵਾਹ ਛੁੱਟਦਾ ਹੈ, ਖੰਡੇ ਬਾਤੇ ਵਿੱਚ ਹਜੂਰ ਨੇ ਖੰਡੇ ਦੀ ਧਾਰ ਤੇ ਇਹ ਖਾਲਸਾ ਪੰਥ ਹਜੂਰ ਨੇ ਪ੍ਰਗਟ ਕੀਤਾ। ਜਿਸ ਸਮੇਂ ਹਜੂਰ ਦੇ ਪਾਸ ਗੁਰਸਿੱਖ ਫਿਰ ਸ਼ਸਤਰਾਂ ਦੀਆਂ ਸੋਹਣੇ ਘੋੜਿਆਂ ਦੀਆਂ ਭੇਟਾਵਾਂ ਲੈ ਕੇ ਆਉਂਦੇ, ਉੱਥੇ ਸਾਧ ਸੰਗਤ ਜੀ ਕਈ ਮਾਇਆ ਵੀ ਲੈ ਕੇ ਆਉਂਦੇ। ਜਿਸ ਸਮੇਂ ਹਜੂਰ ਦੇ ਅੱਗੇ ਕੋਈ ਮਾਇਆ ਟੇਕਦਾ ਹਜੂਰ ਦੇਖਿਆ ਵੀ ਨਾ ਸੀ ਕਰਦੇ, ਪਰ ਜਦੋਂ ਕੋਈ ਸੋਹਣਾ ਸ਼ਸਤਰ ਲੈ ਕੇ ਆਉਂਦਾ ਆਪ ਆਪਣੇ ਕਰ ਕਮਲਾਂ ਵਿੱਚ ਹਜੂਰ ਪਕੜ ਕੇ ਸ਼ਸਤਰ ਦੇ ਦਰਸ਼ਨ ਕਰਦੇ। ਸੰਗਤਾਂ ਵਿੱਚ ਇਹ ਪ੍ਰਚਲਿਤ ਹੋ ਗਿਆ ਸੀ ਕਿ ਬਾਜਾਂ ਵਾਲੇ ਪਿਤਾ ਜੀ ਸ਼ਸਤਰਾਂ ਨੂੰ ਬਹੁਤ ਪਿਆਰ ਕਰਦੇ ਹਨ, ਤਾਂ ਸਾਰੇ ਗੁਰਸਿੱਖ ਫਿਰ ਹਜੂਰ ਲਈ ਸ਼ਸਤਰ ਲੈ ਕੇ ਆਉਣ ਲੱਗੇ। ਜਿਸ ਤਰ੍ਹਾਂ ਹਜੂਰ ਦੀ ਬਾਣੀ ਤੋਂ ਵੀ ਪਤਾ ਲੱਗਦਾ ਹੈ ਸਾਧ ਸੰਗਤ ਜੀ ਸੈਫ ਸਰੋਹੀ ਸਹਿਥੀ ਯਹ ਹਮਾਰੇ ਪੀਰ। ਜਿਸ ਤਰ੍ਹਾਂ ਆਉਂਦਾ ਹੈ ਤੀਰੋ ਤਫੰਗੋ ਬੜੋ ਰਾਮ ਜੰਗੋ ਤਨਕ ਤਾਰ ਅਣੀਰ ਕਮੰਦ ਕੋਰੜਾ ਪੰਜ ਸ਼ਸਤਰ ਪ੍ਰਵਾਨ। ਸੁਣੋ ਨੰਦ ਲਾਲ ਮਹਾਰਾਜ ਜੀਆਂ ਦੇ ਜਿਸ ਤਰ੍ਹਾਂ ਬਚਨ ਆਉਂਦੇ ਹਨ ਕਿ ਇਹ ਜੋ 5 ਸ਼ਸਤਰ ਹਜੂਰ ਆਪਣੀ ਤਾਬਿਆਂ ਭਾਵ ਕਿ ਇੱਕ ਪੀੜਾ ਸਾਹਿਬ ਤੇ ਸਜਾ ਕੇ ਆਪ ਸ਼ਸਤਰਾਂ ਤੇ ਗਰੀਬ ਨਿਵਾਜ ਜੀ ਚੌਰ ਸਾਹਿਬ ਕਰਿਆ ਕਰਦੇ ਸਨ। ਅੱਜ ਵੀ ਜੇ ਤਖਤ ਸ੍ਰੀ ਹਜੂਰ ਸਾਹਿਬ ਜਿੰਨੇ ਵੀ ਆਪਣੇ ਤਖਤ ਹਨ ਸਾਧ ਸੰਗਤ ਜੀ ਉਹਨਾਂ ਦੇ ਉੱਪਰ ਉੱਚੀ ਜਗ੍ਹਾ ਤੇ ਸ਼ਸਤਰ ਸੋਭਤ ਹੁੰਦੇ ਹਨ ਤੇ ਸ਼ਸਤਰਾਂ ਤੇ ਵੀ ਚੌਰ ਸਾਹਿਬ ਹੁੰਦਾ ਹੈ। ਅੱਜ ਜੇ ਆਪਾਂ ਕਹੀਏ ਸ਼ਸਤਰਾਂ ਦੀ ਕੀ ਲੋੜ ਹੈ, ਸਾਧ ਸੰਗਤ ਜੀ ਮਹਾਰਾਜ ਜੀਆਂ ਨੇ ਕਿਹਾ ਹੈ ਸ਼ਸਤਰ ਵੀ ਸਾਡੇ ਗੁਰੂ ਹਨ। ਇਹ ਖਾਲਸਾ ਸ਼ਸਤਰਾਂ ਦੀ ਵੀ ਜਿੱਥੇ ਗੁਰਬਾਣੀ ਦੀ ਪੂਜਾ ਕਰਦਾ ਹੈ ਉੱਥੇ ਸ਼ਸਤਰਾਂ ਦੀ ਵੀ ਪੂਜਾ ਕਰਦਾ ਹੈ। ਹੋਲੇ ਮਹੱਲੇ ਵਾਲੇ ਦਿਨ ਹਜੂਰ ਨੇ ਫਿਰ ਇੱਕ ਨਵਾਂ ਹੋਲਾ ਖੇਡਿਆ। ਮਹਾਰਾਜ ਜੀਆਂ ਨੇ ਗੁਰਸਿੱਖਾਂ ਨੂੰ ਕਿਹਾ ਕੱਲ ਅਸੀਂ ਮਹੱਲਾ ਕੱਢਾਂਗੇ। ਸਾਰੀਆਂ ਗੁਰਸਿੱਖ ਹੋਲੀ ਤੋਂ ਅਗਲੇ ਦਿਨ ਫਿਰ ਤਿਆਰ ਹੋ ਕੇ ਗੁਰਸਿੱਖ ਸੰਗਤਾਂ ਆਈਆਂ। ਮਹਾਰਾਜ ਜੀ ਜਿਸ ਤਰ੍ਹਾਂ ਸਾਧ ਸੰਗਤ ਜੀ ਹੋਲਾ ਮਹੱਲਾ ਕੱਢਿਆ ਕਰਦੇ ਸਨ, ਹਜੂਰ ਇੱਕ ਉੱਚੇ ਆਸਣ ਤੇ ਸੱਜ ਬੈਠਦੇ ਸਨ। ਗੁਰਸਿੱਖਾਂ ਦੇ ਭਾਵ ਜੋ ਸਿਖਾਈ ਹੋਈ ਸ਼ਸਤਰ ਵਿਦਿਆ ਸੀ ਮਹਾਰਾਜ ਜੀ ਵੇਖਿਆ ਕਰਦੇ ਸਨ। ਖਾਲਸੇ ਦੀਆਂ 2 ਭਾਵ ਜਿਸ ਤਰ੍ਹਾਂ ਆਪਾਂ ਟੀਮਾਂ ਬਣਾ ਲੈਂਦੇ ਹਾਂ, ਇੱਕ ਜਗ੍ਹਾ ਭਾਵ ਦੇਖ ਲੈਂਦੇ ਸਨ ਉਸ ਤੇ ਕੌਣ ਕਬਜ਼ਾ ਕਰੇਗਾ। ਇਤਿਆਦਿਕ ਗੁਰਸਿੱਖ ਸੰਗਤਾਂ
ਆਪਣੇ ਆਪਣੇ ਜੋ ਸਾਰੇ ਸਾਲ ਵਿੱਚ ਕੀਤੀ ਹੋਈ ਤਿਆਰੀ ਸੀ ਸ਼ਸਤਰ ਵਿਦਿਆ ਦੀ, ਸਾਧ ਸੰਗਤ ਜੀ ਹਜੂਰ ਕੱਲਾ ਦੇਖਿਆ ਨਾ ਸੀ ਕਰਦੇ, ਆਪ ਵੀ ਹਜੂਰ ਜੰਗ ਦੇ ਮੈਦਾਨ ਵਿੱਚ ਇਤਿਹਾਸ ਜ਼ਿਕਰ ਕਰਦਾ ਹੈ। ਭਾਵ ਵੈਸੇ ਵੀ ਜਦੋਂ ਹਜੂਰ ਸ਼ਸਤਰ ਦੇ ਜਿਸ ਤਰ੍ਹਾਂ ਜੌਹਰ ਦਿਖਾਉਂਦੇ, ਮਹਾਰਾਜ ਜੀ ਅੱਗੇ ਗੁਰਸਿੱਖ ਨਮਸਕਾਰਾਂ ਕਰਕੇ ਹੱਥ ਜੋੜਦਿਆ ਕਰਦੇ ਸਨ ਕਿ ਹਜੂਰ ਆਪ ਜੀਆਂ ਵਰਗੀ ਸ਼ਸਤਰ ਵਿਦਿਆ ਕੋਈ ਨਹੀਂ ਕਰ ਸਕਦਾ। ਕਈ ਵਾਰ ਘੋੜੇ ਤੇ ਚੜਿਆ ਹੋਇਆ ਹਜੂਰ ਚੱਕਰ ਵਿੱਚ ਭਾਵ ਕਈ ਤੀਰ ਕੱਢ ਦਿਆ ਕਰਦੇ ਸਨ। ਤਾਂ ਸਾਧ ਸੰਗਤ ਜੀ ਐਸੀ ਸ਼ਸਤਰ ਵਿਦਿਆ ਦੇ ਨਾਲ ਹਜੂਰ ਨੇ ਇਹਨਾਂ ਤਿਉਹਾਰਾਂ ਨੂੰ ਜੋੜਿਆ। ਫਿਰ ਹਜੂਰ ਜਿਹੜੇ ਗੁਰਸਿੱਖ ਸੋਹਣੀ ਸ਼ਸਤਰ ਵਿਦਿਆ ਜਿਸ ਤਰ੍ਹਾਂ ਜੌਹਰ ਦਿਖਾਉਂਦੇ ਸਨ, ਹਜੂਰ ਪੰਥ ਨੂੰ ਉਸ ਸਮੇਂ ਜਰਨੈਲੀਆਂ ਜਿਸ ਤਰ੍ਹਾਂ ਮਹਾਨ ਅਹੁਦੇ ਬਖਸ਼ਿਆ ਕਰਦੇ ਸਨ ਗੁਰਸਿੱਖਾਂ ਨੂੰ, ਕਿਉਂਕਿ ਸਾਧ ਸੰਗਤ ਜੀ ਇਹ ਸ਼ੇਰਾਂ ਦੀ ਕੌਮ ਹੈ ਤੇ ਸ਼ੇਰਾਂ ਦੇ ਜਰਨੈਲ ਵੀ ਧੰਨ ਬਾਬਾ ਦੀਪ ਸਿੰਘ ਜੀ ਵਰਗੇ, ਧੰਨ ਅਕਾਲੀ ਬਾਬਾ ਫੂਲਾ ਸਿੰਘ ਜੀ ਵਰਗੇ ਹੀ ਹੋਣੇ ਚਾਹੀਦੇ ਹਨ। ਤੇ ਸਾਧ ਸੰਗਤ ਜੀ ਹਜੂਰ ਐਸੀ ਪਰਖ ਕੇ ਜਰਨੈਲਾਂ ਨੂੰ, ਜਿਨ੍ਹਾਂ ਦੇ ਵਿੱਚ ਬਹੁਤ ਗੁਣ ਹੁੰਦੇ ਸੀ, ਜਰਨੈਲੀਆਂ ਬਖਸ਼ਦੇ ਸਨ। ਇਸ ਤੋਂ ਉਪਰੰਤ ਕਵੀ ਦਰਬਾਰ ਸਜਦੇ, ਮਹਾਰਾਜ ਜੀਆਂ ਦੇ ਕਵੀਆਂ ਦੇ ਦਰਬਾਰਾਂ ਦੀ ਵੀ ਭਾਰੀ ਸ਼ੋਭਾ ਹੁੰਦੀ, ਜਿਸ ਵਿੱਚ ਭਾਈ ਨੰਦ ਲਾਲ ਜੀ ਵਰਗੇ ਅਤੇ ਹੋਰ ਮਹਾਨ ਕਵੀ ਹਜੂਰ ਦੇ ਭਾਰੀ ਸ਼ੋਭਾ ਪਾਉਂਦੇ। ਜਿਸ ਤਰ੍ਹਾਂ ਭਾਈ ਨੰਦ ਲਾਲ ਜੀ ਲਿਖਦੇ ਹਨ, ਨਾਜ਼ਰਾਨੇ ਰੂਏ ਗੁਰ ਗੋਬਿੰਦ ਸਿੰਘ, ਮਸਤ ਹੱਕ ਦਰ ਕੂਏ ਗੁਰ ਗੋਬਿੰਦ ਸਿੰਘ। ਭਾਈ ਨੰਦ ਲਾਲ ਜੀ ਫਰਮਾਉਂਦੇ ਹਨ, ਹੇ ਬਾਦਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਹਜੂਰ ਆਪ ਜੀਆਂ ਦੀ ਪ੍ਰੇਮ ਦੀ ਗਲੀ ਦੇ ਵਿੱਚੋਂ ਜੇ ਕੋਈ ਇੱਕ ਵਾਰੀ ਲੰਘ ਜਾਂਦਾ ਹੈ, ਹਜੂਰ ਉਹ ਆਪ ਦੀ ਗਲੀ ਦਾ ਭਾਵ ਉਸ ਤੋਂ ਵਾਰਨੇ ਬਲਿਹਾਰਨੇ ਜਾਂਦਾ ਹੈ। ਕਾਦਰੇ ਹਰ ਕਾਰ ਗੁਰ ਗੋਬਿੰਦ ਸਿੰਘ। ਸਾਰੀਆਂ ਕਾਰਾਂ ਮਹਾਰਾਜ ਜੀ ਆਪ ਜੀਆਂ ਦੀ ਚਰਨਾਂ ਦੀ ਧੂੜੀ ਤੋਂ ਰਿੱਧ ਸੋ ਸਿੱਧ ਪਦਾਰਥ ਚਾਰ, ਜਿਹੇ ਬਸੈ ਪਗ ਕੀ ਰਾਜਸ਼ਾਹੀ। ਮਹਾਰਾਜ ਜੀਆਂ ਦੇ ਤਾਂ ਚਰਨਾਂ ਦੀ ਧੂੜੀ ਵਿੱਚੋਂ ਸਾਰੀਆਂ ਕਾਰਾਂ ਹੁੰਦੀਆਂ ਹਨ। ਅੱਗੇ ਲਿਖਦੇ ਹਨ, ਬੇਕ ਸਾਰਾ ਯਾਰ ਗੁਰ ਗੋਬਿੰਦ ਸਿੰਘ, ਜਿਸ ਨੂੰ ਸਾਧ ਸੰਗਤ ਜੀ ਕੋਈ ਆਸਰਾ ਨਹੀਂ ਹੁੰਦਾ। ਭਾਵ ਕਿ ਜਿਸ ਤਰ੍ਹਾਂ ਸੰਸਾਰ ਦੇ ਸੰਬੰਧੀ ਵੀ ਛੱਡ ਜਾਣ, ਔਖਾ ਸਮਾਂ ਪਵੇ, ਕੋਈ ਵੀ ਪੱਲੇ ਦੌਲਤ ਵੀ ਨਾ ਹੋਵੇ, ਕੋਈ ਧੀਰਜ ਦੇਣ ਨੂੰ ਵੀ ਨਾ ਹੋਵੇ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੂੰ ਜੇ ਗੁਰਸਿੱਖ ਯਾਦ ਕਰਦਾ ਹੈ ਪ੍ਰੇਮ ਨਾਲ, ਬੇਕ ਸਾਰਾ ਯਾਰ ਨਿਆਸਰਿਆਂ ਦੇ ਆਸਰੇ ਹਨ। ਭਾਈ ਨੰਦ ਲਾਲ ਜੀ ਲਿਖਦੇ ਹਨ, ਰੂਹ ਦਰ ਹਰ ਜਿਸਮ ਗੁਰ ਗੋਬਿੰਦ ਸਿੰਘ। ਕਹਿੰਦੇ ਹਨ ਐਸੇ ਪ੍ਰੇਮ ਵਿੱਚ ਮਗਨ ਹੋ ਜਾਂਦੇ ਹਨ ਭਾਈ ਨੰਦ ਲਾਲ ਜੀ। ਕਹਿੰਦੇ ਹਨ, ਹਜੂਰ ਜਿੰਨੇ ਵੀ ਇਹ ਜਿਸਮ ਜਿਹੜੇ ਧਰਤੀ ਤੇ ਲਗੇ ਫਿਰਦੇ ਹਨ, ਹਰ ਇੱਕ ਦੇ ਵਿੱਚੋਂ ਮਹਾਰਾਜ ਜੀ ਆਪ ਜੀਆਂ ਦਾ ਪ੍ਰਤਾਪ ਹੀ ਮੈਨੂੰ ਨਜ਼ਰ ਆਉਂਦਾ ਹੈ। ਜਿੱਧਰ ਦੇਖਦਾ ਹਾਂ ਇਹ ਨੀਲਿਆਂ ਬਾਣਿਆਂ ਵਾਲਾ ਖਾਲਸਾ ਤੁਹਾਡਾ ਮੈਨੂੰ ਨਜ਼ਰ ਆਉਂਦਾ ਹੈ। ਮਹਾਰਾਜ ਜੀ ਆਪ ਜੀਆਂ ਦਾ ਪ੍ਰਤਾਪ ਐਸਾ ਹੈ। ਨੂਰ ਦਰ ਹਰ ਚਸ਼ਮ ਗੁਰ ਗੋਬਿੰਦ ਸਿੰਘ। ਤੇ ਹਰ ਇੱਕ ਦੇ ਨੇਤਰਾਂ ਦੇ ਵਿੱਚ ਮਹਾਰਾਜ ਜੀ ਆਪ ਜੀਆਂ ਦਾ ਹੀ ਇਲਾਹੀ ਨੂਰ ਜੋ ਦਮਕੇ ਮਾਰ ਰਿਹਾ ਹੈ। ਜਿਸ ਦਿਨ ਸਾਧ ਸੰਗਤ ਜੀ ਹੋਲੇ ਮਹੱਲੇ ਵਾਲੇ ਦਿਨ ਹਜੂਰ ਤਖਤ ਤੇ ਸੱਜ ਬੈਠੇ ਹਨ, ਭਾਈ ਨੰਦ ਲਾਲ ਜੀ ਦੇਖ ਕੇ ਕੀ ਲਿਖਦੇ ਹਨ, ਗੁਲਾਲ ਅਫਸਾਨੀਏ ਦਸਤੇ ਮੁਬਾਰਕ। ਕਹਿੰਦੇ ਹਨ ਜਿਸ ਸਮੇਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਹ ਹੋਲੀ ਦਾ ਫੁੱਲ ਖਿੜਿਆ ਹੈ, ਮਹਾਰਾਜ ਜੀਆਂ ਨੇ ਸਾਧ ਸੰਗਤ ਜੀ ਗੁਲਾਲ ਆਪਣੇ ਕਰ ਕਮਲਾਂ ਵਿੱਚ ਪਕੜਿਆ ਹੈ। ਇਹ ਗੁਲਾਲ ਸਾਧ ਸੰਗਤ ਜੀ ਬੜਾ ਹੀ ਮੁਲਾਇਮ ਹੁੰਦਾ ਹੈ ਤੇ ਬੜਾ ਹੀ ਮਹਿੰਗਾ ਹੁੰਦਾ ਹੈ। ਇਹਦੀ ਖੁਸ਼ਬੂ ਹੀ ਬਹੁਤ ਸੋਹਣੀ ਹੁੰਦੀ ਹੈ। ਜਿਸ ਸਮੇਂ ਭਾਈ ਨੰਦ ਲਾਲ ਜੀ ਲਿਖਦੇ ਹਨ, ਅਕਾਲ ਪੁਰਖ ਵਾਹਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੇ ਕਹਿੰਦੇ ਹਨ ਆਪਣੇ ਕਰ ਕਮਲਾਂ ਵਿੱਚ ਜਿਸ ਸਮੇਂ ਗੁਲਾਲ ਪਕੜਿਆ, ਜ਼ਮੀਨੋ ਆਸਮਾਂ ਰਾ ਸਰਖਰੂ ਕਰਦ। ਕਹਿੰਦੇ ਹਨ ਕਿ ਜਿਸ ਸਮੇਂ ਮਹਾਰਾਜ ਜੀਆਂ ਨੇ ਗੁਲਾਲ ਪਕੜਿਆ, ਕਿ ਜਿਸ ਸਮੇਂ ਆਪਾਂ ਸਾਧ ਸੰਗਤ ਜੀ ਜੇ ਕਿਸੇ ਤੇ ਗੁਲਾਲ ਪਾਈਏ ਕਿ 10-15 ਫੁੱਟ ਵੱਧ ਤੋਂ ਵੱਧ ਉੱਪਰ ਜਾ ਸਕਦਾ ਹੈ, ਪਰ ਜਿਸ ਸਮੇਂ ਹਜੂਰ ਨੇ ਗੁਲਾਲ ਦੀ ਮੁੱਠੀ ਇਸ ਤਰ੍ਹਾਂ ਹੱਥ ਚੋਂ ਖੋਲੀ, ਕਵੀ ਭਾਈ ਨੰਦ ਲਾਲ ਜੀ ਕਹਿੰਦੇ ਹਨ, ਜ਼ਮੀਨ ਕੀ ਆਸਮਾਨ ਕੀ ਮੌਲੀ ਧਰਤੀ ਮੌਲਿਆ ਆਕਾਸ, ਘਟ ਘਟ ਮੌਲਿਆ ਬ੍ਰਹਮ ਪ੍ਰਗਾਸ।
ਕਹਿੰਦੇ ਹਨ ਧਰਤੀ ਤੇ ਆਕਾਸ਼ ਕੀ ਸਭ ਨੂੰ ਹੀ ਰੰਗਾਂ ਦੇ ਨਾਲ ਖੁਸ਼ਬੋਈ ਦੇ ਸਹਿਤ ਕਰ ਦਿੱਤਾ। ਕਵੀ ਭਾਈ ਨੰਦ ਲਾਲ ਜੀ ਕਹਿੰਦੇ ਹਨ, ਜ਼ਹ ਪਿਚਕਾਰੀਏ ਪੁਰ ਜ਼ਾਫਰਾਨੀ, ਕਹਿੰਦੇ ਹਨ ਜਦੋਂ ਹਜੂਰ ਨੇ ਆਪਣੇ ਕਰ ਕਮਲਾਂ ਦੇ ਵਿੱਚ ਕੇਸਰੀ ਰੰਗ ਦੀ ਕਹਿੰਦੇ ਹਨ ਪਿਚਕਾਰੀ ਪਕੜੀ ਹੈ, ਕਹਿੰਦੇ ਹਨ ਕਿ ਹਰ ਬੇਰੰਗ ਰਾਖੁਸ ਰੰਗ ਰੂ ਕਰਦ, ਕਹਿੰਦੇ ਹਨ ਜਿੰਨੇ ਬੇਰੰਗ ਸੀ ਬਾਜਾਂ ਵਾਲੇ ਪਿਤਾ ਜੀ ਆਪ ਜੀਆਂ ਨੇ ਰੰਗਾਂ ਦੇ ਸਹਿਤ ਕਰ ਦਿੱਤੇ। ਕਿਉਂਕਿ ਸਾਧ ਸੰਗਤ ਜੀ ਜਿਹੜੇ ਕਹਿੰਦੇ ਸਨ ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਬੂ ਨਹਿ ਪਕੜੀ, ਚਿੜੀ ਉੱਡੈ ਡਰ ਸੇ ਮਰ ਜਾਊਂ, ਦੁਸ਼ਮਣ ਸੇ ਕੈਸੇ ਲੜ ਪਾਊਂ, ਕਿ ਐਸੇ ਲੋਕਾਂ ਦੀ ਹਾਲਤ ਹੋ ਗਈ ਸੀ ਜੋ ਸਾਧ ਸੰਗਤ ਜੀ ਬਾਹਰੋਂ ਵੀ ਤੇ ਅੰਦਰੋਂ ਵੀ, ਮਾਨਸਿਕ ਤੌਰ ਤੇ ਵੀ ਤੇ ਸਰੀਰਕ ਤੌਰ ਤੇ ਵੀ ਜਿਨ੍ਹਾਂ ਨੇ ਗੁਲਾਮੀ ਪ੍ਰਵਾਨ ਕਰ ਲਈ ਸੀ। ਪਰ ਹਜੂਰ ਨੇ ਐਸੇ ਸ਼ਸਤਰ ਵਿਦਿਆ ਸਿਖਾਏ, ਐਸੇ ਜ਼ਿੰਦਗੀ ਦੇ ਵਿੱਚ ਰੰਗ ਭਰ ਦਿੱਤੇ। ਹਰ ਬੇਰੰਗ ਉੱਠ ਕੇ ਕਹਿੰਦਾ ਹੈ ਮੈਂ 1.25 ਲੱਖ ਨਾਲ ਲੜਾਂਗਾ, ਕਹਿੰਦਾ ਹੈ ਇਹ ਤੁਰਕ ਕੀ ਹਨ। ਤਾਂ ਸਾਧ ਸੰਗਤ ਜੀ ਐਸਾ ਮਹਾਰਾਜ ਜੀਆਂ ਨੇ ਅਕਾਲੀ ਪੰਥ ਸਾਜਿਆ ਹੈ, ਨਾ ਮਰਦਾਂ ਨੂੰ ਮੌਤ ਆਉਂਦੀ ਹੈ। ਜੋ ਮਹਾਰਾਜ ਜੀਆਂ ਦੇ ਸੂਰਮੇ ਸੀ ਇਹ ਸਾਧ ਸੰਗਤ ਜੀ ਮੌਤ ਵਿੱਚੋਂ ਜ਼ਿੰਦਗੀ ਲੋੜਿਆ ਕਰਦੇ ਸਨ। ਜਿਸ ਸਮੇਂ ਜੰਗ ਦੇ ਮੈਦਾਨ ਵਿੱਚ ਜਾਂਦੇ ਸਨ ਐਸਾ ਰੰਗ ਹਜੂਰ ਨੇ ਖਾਲਸੇ ਦੇ ਵਿੱਚ ਭਰ ਦਿੱਤਾ ਸੀ। ਇਤਿਹਾਸ ਜ਼ਿਕਰ ਕਰਦਾ ਹੈ ਅਕਾਲੀ ਬਾਬਾ ਫੂਲਾ ਸਿੰਘ ਜੀ ਜਿਸ ਸਮੇਂ ਸ੍ਰੀ ਸਾਹਿਬ ਦੇ ਵਾਰ ਕੱਢਿਆ ਕਰਦੇ ਸਨ ਤਾਂ ਕਿਰਪਾਨ ਨੂੰ ਕਦੇ ਰਖਤ ਨਾ ਸੀ ਸੋਇਆ ਕਰਦਾ, ਇੰਨੀ ਤੇਜ਼ੀ ਦੇ ਨਾਲ ਕਿਰਪਾਨ ਪਾਰ ਹੋ ਜਾਂਦੀ ਸੀ। ਬਾਬਾ ਚੜਤ ਸਿੰਘ ਜੀ ਵਰਗੇ ਸੂਰਮੇ ਸਾਧ ਸੰਗਤ ਜੀ 5 ਜਾਣੇ ਜੋ ਗੋਲੀਆਂ ਭਰਦੇ ਸਨ ਪਰ ਕੱਲਾ ਸੂਰਮਾ ਗੋਲੀਆਂ ਚਲਾਉਂਦਾ ਸੀ, 5 ਥੱਕ ਜਾਂਦੇ ਸਨ। ਐਸਾ ਸ਼ਸਤਰ ਵਿਦਿਆ ਹਜੂਰ ਨੇ ਖਾਲਸੇ ਨੂੰ ਬਖਸ਼ੀ ਹੈ। ਕਵੀ ਭਾਈ ਨੰਦ ਲਾਲ ਜੀ ਲਿਖਦੇ ਹਨ ਕਿ ਹਰ ਬੇਰੰਗ ਰਾਖੁਸ ਰੰਗ ਰੂ ਕਰਦ, ਕਸੇ ਕੋ ਦੀਦ ਦੀਦਾਰੇ ਮੁਕੱਦਸ, ਕਹਿੰਦੇ ਹਨ ਜੇ ਕਿਸੇ ਨੇ ਐਸਾ ਹੋਲਾ ਮਹੱਲਾ ਜੋ ਬਾਜਾਂ ਵਾਲੇ ਪਿਤਾ ਜੀਆਂ ਨੇ ਖਾਲਸੇ ਨੂੰ ਬਖਸ਼ਿਆ ਹੈ, ਕਹਿੰਦੇ ਹਨ ਜਿਨ੍ਹਾਂ ਦੇ ਵੱਡੇ ਭਾਗ ਹਨ ਕਿ ਜਿਨ੍ਹਾਂ ਨੇ ਮਹਾਰਾਜ ਜੀਆਂ ਦੇ ਐਸੇ ਰੂਪ ਦੇ ਦਰਸ਼ਨ ਕੀਤੇ ਹਨ ਕਿ ਫੁੱਲਾਂ ਵਾਂਗੂ ਹਜੂਰ ਦਾ ਖਾਲਸਾ ਆਨੰਦਪੁਰ ਸਾਹਿਬ ਦੇ ਬਗੀਚੇ ਵਿੱਚ ਖਿੜਿਆ ਹੋਇਆ ਹੈ। ਆਪ ਇਸ ਬਣ ਦੇ ਮਾਲੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉੱਪਰ ਜਿਸ ਤਰ੍ਹਾਂ ਪਚਕਾਰੀਆਂ ਤੇ ਗੁਲਾਲ ਛਿੜਕ ਰਹੇ ਹਨ, ਕਹਿੰਦੇ ਹਨ ਮੁਰਾਦੇ ਉਮਰ ਰਾ ਹਾਸਲ ਨੀਕੋ ਕਰਦ, ਕਹਿੰਦੇ ਹਨ ਜਿਨ੍ਹਾਂ ਨੇ ਉਮਰਾਂ ਦੀਆਂ ਜੋ ਮੁਰਾਦਾਂ ਸਨ, ਜਿਹੜੇ ਮਨ ਵਿੱਚ ਇੱਛਾ ਸਨ, ਸਭ ਉਹ ਭੁੱਲ ਜਾਂਦੇ ਹਨ ਜਦੋਂ ਮਹਾਰਾਜ ਜੀਆਂ ਨੂੰ ਐਸੇ ਰੂਪ ਵਿੱਚ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਹੋਏ ਖਾਲਸੇ ਦੇ ਵਿੱਚ ਬਰਾਜੇ ਹੋਏ ਹਜੂਰ ਨੂੰ ਦੇਖਦੇ ਹਨ। ਕਵੀ ਭਾਈ ਨੰਦ ਲਾਲ ਜੀ ਸਾਧ ਸੰਗਤ ਜੀ ਐਸਾ ਮਹਾਰਾਜ ਜੀਆਂ ਦਾ ਜਿਸ ਤਰ੍ਹਾਂ ਜ਼ਿਕਰ ਕਰਦੇ ਹਨ ਕਿ ਹਜੂਰ ਐਸਾ ਹੋਲਾ ਖੇਡਦੇ ਸਨ ਜਿਸੇ ਹਜੂਰ ਬਾਹਰ ਹੋਲੇ ਮਹੱਲੇ ਦੀਆਂ ਤਿਆਰੀਆਂ ਕਰਵਾਉਂਦੇ ਸਨ। ਮਹਾਰਾਜ ਜੀਆਂ ਨੇ ਸਾਧ ਸੰਗਤ ਜੀ ਖੂਨ ਦਾ ਹੋਲਾ ਖੇਡਣਾ ਵੀ ਖਾਲਸੇ ਨੂੰ ਸਿਖਾਇਆ ਹੈ। ਮਹਾਰਾਜ ਜੀਆਂ ਨੇ ਖਾਲਸੇ ਨੂੰ ਸਿਖਾਇਆ ਹੈ। ਹਜੂਰ ਨੇ ਕਿਹਾ ਹੈ ਕਦੇ ਖਾਲਸਾ ਭਾਵ ਇਹ ਜੰਗ ਯੁੱਧ ਨਹੀਂ ਚਾਹੁੰਦਾ, ਪਰ ਫਿਰ ਵੀ ਜੇ ਦੁਸ਼ਮਣ ਚੜ ਕੇ ਆਵੇ ਤਾਂ ਜਫਰਨਾਮੇ ਵਿੱਚ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਵਿੱਚ ਹਜੂਰ ਫਰਮਾਉਂਦੇ ਹਨ ਕਿ ਨਰੰਗਿਆ ਸਾਡੇ ਸੂਰਮਿਆਂ ਨੇ ਜੋ ਸਾਡੇ 40 ਸੂਰਮੇ ਸਨ ਤੇ ਤੇਰੀ 10 ਲੱਖ ਦੀ ਜੋ ਫੌਜ ਸੀ ਬੇਖਬਰ ਚੜ ਕੇ ਆ ਗਈ ਸੀ। ਸਾਡੇ ਸੂਰਮਿਆਂ ਨੇ ਬੜਾ ਸੋਹਣਾ ਖੂਨ ਦਾ ਹੋਲਾ ਖੜਾਇਆ ਹੈ, ਜ਼ਮੀਨ ਕੀ ਆਸਮਾਨ ਰੰਗ ਦਿੱਤਾ ਸੀ ਸਾਡੇ ਸੂਰਮਿਆਂ ਨੇ। ਤਾਂ ਐਸੀ ਹਜੂਰ ਆਪਣੀ ਗੁਰਬਾਣੀ ਵਿੱਚ ਕਿਰਪਾ ਕਰਦੇ ਹਨ। ਇੱਥੇ ਹੀ ਸਾਧ ਸੰਗਤ ਜੀ ਮਹਾਰਾਜ ਜੀਆਂ ਦੇ ਜੋ ਸਿੱਖ ਹੋਇਆ ਕਰਦੇ ਸਨ ਭਾਈ ਸੁਥਰਾ ਜੀ ਵਰਗੇ, ਇਹਨਾਂ ਦੇ ਵੀ ਅਲੱਗ ਹੀ ਕੌਤਕ ਹੋਇਆ ਕਰਦੇ ਸਨ। ਜਿਸ ਸਮੇਂ ਮਹਾਰਾਜ ਜੀ ਹੋਲਾ ਮਹੱਲਾ ਕੱਢਿਆ ਕਰਦੇ ਤਾਂ ਸਾਧ ਸੰਗਤ ਜੀ ਭਾਈ ਸੁਥਰਾ ਜੀ ਆਪਣੇ ਮੁਖ ਤੇ ਕਹਿੰਦੇ ਹਨ ਕਾਲਖ ਮਲ ਕੇ ਆ ਗਏ। ਤਾਂ ਗੁਰਸਿੱਖਾਂ ਨੇ ਵੇਖ ਕੇ ਆਖਿਆ ਕਿ ਭਾਈ ਸੁਥਰਾ ਜੀ ਇਹ ਕੀ ਕਰ ਦਿੱਤਾ। ਜਿਸ ਸਮੇਂ ਮਹਾਰਾਜ ਜੀਆਂ ਨੂੰ ਦੱਸਿਆ, ਹਜੂਰ ਪੁੱਛਦੇ ਹਨ ਭਾਈ ਸੁਥਰਾ ਜੀ ਆਪ ਜੀਆਂ ਨੇ ਮੁਖ ਤੇ ਕਾਲਖ ਕਿਉਂ ਮਲੀ ਹੈ। ਤਾਂ ਭਾਈ ਸੁਥਰਾ ਜੀ ਸਾਧ ਸੰਗਤ ਜੀ ਉਸ ਸਮੇਂ ਉੱਚੀ ਆਵਾਜ਼ ਵਿੱਚ ਬੋਲਦੇ ਹਨ ਕਿਉਂਕਿ ਉਸ ਸਮੇਂ ਵੀ CID ਵਾਲੇ ਜਿਸ ਤਰ੍ਹਾਂ ਕਹਿੰਦੇ ਹਨ ਉਸ ਮਹਾਰਾਜ ਜੀਆਂ ਦੇ ਦਰਬਾਰ ਦੀ ਭਾਵ ਖਬਰ ਲੈਣ ਵਾਸਤੇ ਆਉਂਦੇ ਸਨ। ਉਸ ਸਮੇਂ ਵੀ ਇਹ ਬਾਦਸ਼ਾਹ ਨਰੰਗੇ ਜੋ ਪਹਾੜੀ ਰਾਜੇ ਹਨ ਇਹ ਵੀ ਹਜੂਰ ਦੇ ਜੋ ਜਾਹੋ ਜਲਾਲ ਤੋਂ ਥੜ ਥੜ ਕੰਬਦੇ ਸਨ ਕਿ ਹਜੂਰ ਦੇ ਅੱਗੇ ਪ੍ਰਤਾਪ ਦੇ ਅੱਗੇ ਕੋਈ ਨਹੀਂ ਸੀ ਟਿਕ ਸਕਦਾ। ਤਾਂ ਭਾਈ ਸੁਥਰਾ ਜੀ ਕਹਿੰਦੇ ਹਨ ਮਹਾਰਾਜ ਜੀ ਆਪ ਜੀਆਂ ਦਾ ਖਾਲਸਾ ਬਹੁਤਾ ਸੋਹਣਾ ਲੱਗ ਰਿਹਾ ਹੈ ਤੇ ਮੈਂ ਨਜ਼ਰ ਵੱਟੂ ਬਣ ਕੇ ਆਇਆ ਹਾਂ ਕਿ ਆਪ ਜੀਆਂ ਦੇ ਖਾਲਸੇ ਨੂੰ ਨਜ਼ਰ ਨਾ ਲੱਗ ਜਾਵੇ, ਇਸ ਕਰਕੇ ਮੈਂ ਆਪਣੇ ਮੁਖ ਤੇ ਕਾਲਖ ਮਲੀ ਹੈ।
ਤਾਂ ਸਾਰੇ ਗੁਰਸਿੱਖ ਬੜਾ ਹੱਸਦੇ ਹਨ। ਅੱਜ ਵੀ ਸਾਧ ਸੰਗਤ ਜੀ, ਜਦੋਂ ਹਜੂਰ ਦਾ ਖਾਲਸਾ ਆਨੰਦਪੁਰ ਸਾਹਿਬ ਵਿਖੇ ਮਹੱਲਾ ਚੜ੍ਹਦਾ ਹੈ, ਸਭ ਤੋਂ ਪਹਿਲਾਂ ਜਿਸ ਤਰ੍ਹਾਂ ਤਖਤ ਸਾਹਿਬਾਨ ਤੇ ਹਜੂਰ ਦਾ ਖਾਲਸਾ ਚੜ੍ਹਦਾ ਹੈ, ਤਾਂ ਫਿਰ ਉਸ ਤੋਂ ਉਪਰੰਤ ਜਿਸ ਤਰ੍ਹਾਂ ਮਾਤਾ ਅਜੀਤ ਕੌਰ ਜੀਆਂ ਦੇ ਅਸਥਾਨ ਤੇ ਅਗਮਪੁਰਾ, ਉੱਥੇ ਦਰਸ਼ਨ ਕਰਦਾ ਹੈ। ਫਿਰ ਸਾਧ ਸੰਗਤ ਜੀ, ਜਿੱਥੇ ਚਰਨ ਗੰਗਾ ਹੈ, ਉਸ ਤੇ ਸਾਧ ਸੰਗਤ ਜੀ ਜਿਸ ਤਰ੍ਹਾਂ ਪਾਸ ਇੱਕ ਪਠਾਨ ਦੀ ਜਗ੍ਹਾ ਮੰਨੀ ਜਾਂਦੀ ਹੈ, ਉੱਥੇ ਕੋਈ ਜਗ੍ਹਾ ਬਣੀ ਤਾਂ ਨਹੀਂ, ਪਰ ਉੱਥੇ ਮੰਨੀ ਜਾਂਦੀ ਹੈ ਕਿ ਇੱਥੇ ਉਸ ਪਠਾਨ ਨੂੰ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਬਸੀ ਪਠਾਨ ਭਾਵ ਬਸੀਆਂ ਦਾ ਇਹ ਪਠਾਨ ਸੀ। ਵਾਹਿਗੁਰੂ ਜਿਸ ਤਰ੍ਹਾਂ ਇਹ ਇੱਕ ਬ੍ਰਾਹਮਣ ਦੀ ਇਸਤਰੀ ਚੱਕ ਕੇ ਲੈ ਗਿਆ, ਮਹਾਰਾਜ ਜੀਆਂ ਦਾ ਦੀਵਾਨ ਸੱਜਿਆ ਹੋਇਆ ਸੀ, ਮਹਾਰਾਜ ਜੀਆਂ ਪਾਸ ਆ ਕੇ ਇਸ ਪਠਾਨ ਨੇ ਅਰਦਾਸ ਕੀਤੀ ਕਿ ਹਜੂਰ ਮੇਰੀ ਇਸਤਰੀ ਚੱਕ ਕੇ ਲੈ ਗਿਆ ਹੈ ਕੋਈ, ਤਾਂ ਉਸ ਸਮੇਂ ਹਜੂਰ ਨੇ ਜਿਸ ਤਰ੍ਹਾਂ ਬਚਨ ਆਉਂਦੇ ਹਨ ਕਿ ਆਖਿਆ ਕਿ ਕਿਸੇ ਨੇ ਮਦਦ ਨਹੀਂ ਕੀਤੀ, ਉਸ ਨੇ ਦੇਖ ਲਿਆ ਸੀ ਕਿ ਬੇਕਸਾਰਾ ਯਾਰ ਜਿੰਦਾ ਕੋਈ ਆਸਰਾ ਨਹੀਂ ਹੈ, ਕਿਉਂਕਿ ਜਿੰਦੀ ਹਕੂਮਤ ਹੋਵੇ ਉਹ ਐਸੇ ਕੁਕਰਮ ਕਰਦੇ ਹਨ। ਕਹਿੰਦਾ ਹਨ ਬ੍ਰਾਹਮਣ ਕਹਿੰਦਾ ਆ ਕੇ ਹਜੂਰ ਕਿਸੇ ਨੇ ਮੇਰੀ ਬਾਂਹ ਨਹੀਂ ਫੜੀ। ਉਸ ਸਮੇਂ ਸਾਧ ਸੰਗਤ ਜੀ ਛੋਟੀ ਆਯੂ ਸੀ, ਬਾਬਾ ਅਜੀਤ ਸਿੰਘ ਜੀਆਂ ਦੀ ਚੜ੍ਹਦੀ ਜਵਾਨੀ ਸੀ, ਹਜੇ ਮੁਖ ਤੇ ਮੁਸ਼ਹਿਰੇ ਵੀ ਨਾ ਸੀ ਫੁੱਟੇ, ਤਾਂ ਉਸ ਸਮੇਂ ਬਾਬਾ ਅਜੀਤ ਸਿੰਘ ਜੀਆਂ ਦੇ ਡੌਲੇ ਫੜਕੇ ਸਨ। ਬਾਬਾ ਅਜੀਤ ਸਿੰਘ ਜੀ ਨੇ ਕਿਹਾ ਸੀ ਮਹਾਰਾਜ ਸਾਨੂੰ ਆਗਿਆ ਕਰੋ, ਤਾਂ ਉਸ ਸਮੇਂ ਬਾਬਾ ਅਜੀਤ ਸਿੰਘ ਜੀ ਜਿਸ ਸਮੇਂ ਤੁਰਨ ਲੱਗੇ, ਮਹਾਰਾਜ ਜੀਆਂ ਦੇ ਪਾਸ ਗੁਰਸਿੱਖ ਆਉਂਦੇ ਹਨ ਹੱਥ ਜੋੜ ਕੇ, ਹਜੂਰ ਆਪ ਜੀਆਂ ਦੇ ਸਾਹਿਬਜ਼ਾਦੇ ਦੀ ਹਜੇ ਆਯੂ ਵੀ ਛੋਟੀ ਹੈ, ਅਸੀਂ ਜਾ ਕੇ ਲੈ ਆਉਣੇ ਹਾਂ। ਤਾਂ ਜਿਸ ਸਮੇਂ ਉਹ ਬਸੀ ਪਠਾਨਾਂ ਦੇ, ਉਹ ਭਾਵ ਬਸੀਆਂ ਦੇ ਪਠਾਨ ਨੂੰ ਹਜੂਰ ਦਾ ਖਾਲਸਾ ਬਾਬਾ ਅਜੀਤ ਸਿੰਘ ਜੀ ਯੁੱਧ ਕਰਕੇ ਜਿੰਦਾ ਹੀ ਪਕੜ ਲਿਆਏ ਸਨ। ਜਿਸ ਸਮੇਂ ਸਾਧ ਸੰਗਤ ਜੀ ਉਸ ਸਮੇਂ ਹਜੂਰ ਨੇ ਕਿਹਾ ਸੀ ਕਿ ਖਾਲਸਾ ਜੀ ਜਿਸ ਸਮੇਂ ਸਾਡਾ ਖਾਲਸਾ ਜਵਾਨ ਹੋਇਆ ਕਰੇਗਾ, ਇਹ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾਇਆ ਕਰੇਗਾ, ਇਹ ਰਾਖਸ਼ ਨਹੀਂ ਰਖਸ਼ਿਸ਼ ਹੋਇਆ ਕਰਨਗੇ, ਚੜ੍ਹਦੀ ਜਵਾਨੀ ਵਿੱਚ ਮੇਰਾ ਖਾਲਸਾ ਰੱਖਿਆ ਕਰਿਆ ਕਰੇਗਾ। ਤਾਂ ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜਾ ਉਹ ਪਠਾਨ ਸੀ, ਉਸ ਨੂੰ ਜ਼ਿਕਰ ਆਉਂਦਾ ਹੈ ਧਰਤੀ ਵਿੱਚ ਗਡਾ ਕੇ ਉੱਪਰ ਦਹੀਂ ਪਵਾ ਕੇ ਕੁੱਤਿਆਂ ਤੋਂ ਪੜਾਤਾ ਸੀ ਹਜੂਰ ਨੇ, ਕਿਉਂਕਿ ਸਾਧ ਸੰਗਤ ਜੀ ਹਜੂਰ ਨੇ ਦਿਖਾਇਆ ਸੀ ਕਿ ਸੰਸਾਰ ਦੇ ਲੋਕ ਜਾਣ ਜਾਣ ਕਿ ਜੇ ਕੋਈ ਐਸੀ ਹਰਕਤ ਕਰੇਗਾ ਉਸ ਦਾ ਇਹ ਇਲਜ਼ਾਮ ਹੋਵੇਗਾ। ਤਾਂ ਸਾਧ ਸੰਗਤ ਜੀ ਉਸ ਜਗ੍ਹਾ ਤੇ ਹਜੂਰ ਦਾ ਖਾਲਸਾ ਅੱਜ ਵੀ ਜਿਸ ਤਰ੍ਹਾਂ ਡੰਡੇ ਜਾਂ ਬਰਸ਼ੇ ਆਦਿਕ ਧਰਤੀ ਤੇ ਮਾਰ ਕੇ ਜਾਂਦਾ ਹੈ, ਫਿਰ ਮਹਾਰਾਜ ਜੀਆਂ ਦਾ ਖਾਲਸਾ ਮਹੱਲੇ ਚੜ੍ਹਦਾ ਹੈ, ਜੋ ਸਾਧ ਸੰਗਤ ਜੀ ਕੱਲ ਵੀ ਆਪ ਸਰਬੱਤ ਸੰਗਤਾਂ ਨੇ ਇਸ ਅਸਥਾਨ ਤੇ ਦਰਸ਼ਨ ਕੀਤੇ ਹਨ। ਆਓ ਸਾਧ ਸੰਗਤ ਜੀ ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੀ ਅੰਮ੍ਰਿਤ ਗੁਰਬਾਣੀ ਦੀ ਕਥਾ ਚੱਲ ਰਹੀ ਹੈ, ਧਨਾਸਰੀ ਰਾਗ ਵਿੱਚ ਹਜੂਰ ਨੇ 3 ਸ਼ਬਦ ਮਹਾਰਾਜ ਜੀਆਂ ਨੇ ਕਿਰਪਾ ਕਰਕੇ ਕਰਵਾਏ ਹਨ। ਇੱਕ ਸ਼ਬਦ ਜੋ ਧਨਾਸਰੀ ਰਾਗ ਵਿੱਚ ਰਹਿੰਦਾ ਹੈ, ਉਸ ਦੀ ਕਥਾ ਅੱਜ ਸਰਵਣ ਕਰਦੇ ਹਾਂ। ਮਹਾਰਾਜ ਜੀ ਕਿਰਪਾ ਕਰਨ ਸਾਨੂੰ ਵੀ ਮਹਾਰਾਜ ਜੀ ਬਾਣੀ ਬਾਣੇ ਅਤੇ ਸ਼ਸਤਰ ਵਿਦਿਆ ਦਾ ਧਾਰਨੀ ਬਣਾਉਣ, ਕਿਉਂਕਿ ਜਿਹ ਬਿਦ ਚੜਿਓ ਖਾਲਸਾ ਸੂਰਾ, ਦੇਗ ਤੇਗ ਸਾਥੋ ਭਰਪੂਰਾ, ਕਰੇ ਮਲੀਨ ਅਰੇ ਜੋ ਆਏ, ਇਹ ਬਿਦ ਪਰੇ ਸੂਰਮੇ ਧਾਏ। ਹਜੂਰ ਦੇ ਸੂਰਮੇ ਜਦੋਂ ਮਹੱਲਾ ਕੱਢਦੇ ਹਨ, ਰਸਤੇ ਦੇ ਵਿੱਚ ਕਹਿੰਦੇ ਹਨ ਕੋਈ ਜਰਵਾਣਾ ਆਉਂਦਾ ਹੈ, ਉਸ ਨੂੰ ਮਸਲ ਕੇ ਰੱਖ ਦਿੰਦੇ ਹਨ। ਦੇਗਾਂ ਤੇ ਤੇਗਾਂ ਦੇ ਧਣੀ ਹਨ ਹਜੂਰ ਦਾ ਖਾਲਸਾ। ਤਾਂ ਮਹਾਰਾਜ ਜੀ ਕਿਰਪਾ ਕਰਨ ਸਾਡੇ ਵੀ ਮਹਾਰਾਜ ਜੀ ਜੋ ਮਾਨਸਿਕ ਅਤੇ ਸਰੀਰਕ ਤੌਰ ਤੇ ਸਾਧ ਸੰਗਤ ਜੀ ਗੁਲਾਮੀ ਸੀ, ਇਹ ਹਜੂਰ ਨੇ ਇਹਨਾਂ ਤਿਉਹਾਰਾਂ ਰਾਹੀਂ ਨਵੀਂ ਰੰਗਤ ਚਾੜ ਕੇ ਖਾਲਸੇ ਨੂੰ ਬਖਸ਼ੀ ਹੈ। ਮਹਾਰਾਜ ਜੀਆਂ ਨੇ ਸਾਧ ਸੰਗਤ ਜੀ ਰਬਾਬ ਤੋਂ ਹਜੂਰ ਨੇ ਮਹਾਰਾਜ ਜੀਆਂ ਨੇ ਨਗਾਰਾ ਵਜਾ ਕੇ ਇਹ ਰਾਸ਼ੀ ਚਿੰਨ੍ਹ ਹਜੂਰ ਨੇ ਖਾਲਸੇ ਨੂੰ ਬਖਸ਼ੇ ਹਨ। ਮਹਾਰਾਜ ਜੀ ਕਿਰਪਾ ਕਰਨ ਹਜੂਰ ਦੀਆਂ ਸਿੱਖਿਆਵਾਂ ਸਾਡੀ ਸਮਝ ਵਿੱਚ ਵੀ ਪੈਣ, ਕਿਉਂਕਿ ਅੱਜ ਹੀ ਆਪਾਂ ਆਪ ਹੀ ਤਰਕ ਕਰਦੇ ਹਾਂ ਕਿ ਮਾਡਰਨ ਜ਼ਮਾਨਾ ਹੈ, ਇਹ ਗਲੇ ਦੇ ਵਿੱਚ ਹਜੇ ਵੀ ਲੋਹੇ ਦੀਆਂ ਕਿਰਪਾਨਾਂ ਟੰਗੀ ਫਿਰਦੇ ਨੇ, ਐਵੇਂ ਭਾਰ ਚੱਕੀ ਫਿਰਦੇ ਨੇ। ਇਹ ਸਾਧ ਸੰਗਤ ਜੀ ਹਜੂਰ ਦੇ ਵੱਡੇ ਭਾਵ ਇਹ ਸਾਡੀ ਸਮਝ ਤੋਂ ਪਰੇ ਦੀਆਂ ਗੱਲਾਂ ਨੇ। ਹਜੂਰ ਕਹਿੰਦੇ ਹਨ ਕਿਰਪਾਨ ਪਾਣ ਧਾਰੀਆਂ ਕਰੋੜ ਪਾਪ ਟਾਰੀਆਂ, ਇੱਕ ਕਿਰਪਾਨ ਧਾਰਨ ਕਰਨ ਨਾਲ ਕਰੋੜਾਂ ਪਾਪ ਟਰ ਜਾਂਦੇ ਹਨ। ਜਿੱਥੇ ਸਾਧ ਸੰਗਤ ਜੀ ਆਪਾਂ ਨੂੰ ਬਾਹਰੀ ਚੀਜ਼ਾਂ ਤਾਂ ਸਭ ਦਿਖਦੀਆਂ ਹਨ, ਪਰ ਅੰਤਰੀਵ ਜੇ ਕੋਈ ਸਾਧ ਸੰਗਤ ਜੀ ਕੋਈ ਬੁਰੀ ਆਤਮਾ ਭਾਵ ਜੇ ਕਹਿ ਦਈਏ ਕੋਈ
ਕਹਿੰਦੇ ਹਾਂ ਆਪਾਂ ਨਜ਼ਰ ਲੱਗ ਜਾਂਦੀ ਹੈ, ਜੇ ਸ਼ਸਤਰ ਧਾਰਨ ਕੀਤਾ ਹੋਵੇ ਉਹਨੂੰ ਨਜ਼ਰ ਵੀ ਨਹੀਂ ਲੱਗ ਸਕਦੀ। ਇਹ ਅੰਦਰਲੀਆਂ ਕਈ ਚੀਜ਼ਾਂ ਤੋਂ ਜਿੱਥੇ ਬਚਾਉਂਦੀ ਹੈ, ਬਾਹਰੋਂ ਵੀ ਜੇ ਗਾਤਰੇ ਕਿਰਪਾਨ ਧਾਰਨ ਕੀਤੀ ਹੋਵੇ ਕੋਈ ਵੈਸੇ ਹੀ ਨਹੀਂ ਲਾਗੇ ਲੱਗਦਾ। ਤਾਂ ਸਾਧ ਸੰਗਤ ਜੀ ਐਸੇ ਮਹਾਰਾਜ ਜੀਆਂ ਦੇ ਮਹਾਨ ਉਪਦੇਸ਼ ਹਨ। ਮਹਾਰਾਜ ਜੀ ਕਹਿੰਦੇ ਹਨ, ਬਿਨਾ ਸ਼ਸਤਰ ਕੇ ਸੰਗ ਨਰੰਗ ਭੇਡ ਜਾਨੋ, ਗਹਿ ਕਾਣ ਤਾਕੋ ਕਿਤੈ ਲੈ ਸਧਾਨੋ। ਬਿਨਾ ਸ਼ਸਤਰ ਤੇ ਕੇਸਾਂ ਤੋਂ ਬੰਦਾ ਭੇਡ ਹੈ, ਭੇਡ ਨੂੰ ਕੰਨ ਤੋਂ ਫੜ ਕੇ ਕਿਤੇ ਵੀ ਕੋਈ ਲੈ ਜਾ ਸਕਦਾ ਹੈ, ਸ਼ੇਰ ਨੂੰ ਕੋਈ ਲੈ ਕੇ ਜਾਂਦਾ ਹੈ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਹਨ, ਯਾ ਤੇ ਸਰਬ ਖਾਲਸਾ ਸੁਣੀਐ, ਆਯੁਧ ਧਰਬੈ ਉੱਤਮ ਗੁਣੀਐ। ਇਹ ਸਾਡੇ ਖਾਲਸੇ ਦੇ ਵਿੱਚ ਸ਼ਸਤਰ ਧਾਰਨ ਕਰਨਾ ਉੱਤਮ ਗੁਣ ਹੈ। ਆਪਾਂ ਕਹਿ ਛੱਡਦੇ ਹਾਂ ਇਹ ਕੀ ਲੋਹਾ ਟੰਗੀ ਫਿਰਦੇ ਨੇ, ਪਰ ਮਹਾਰਾਜ ਜੀ ਕਹਿੰਦੇ ਹਨ ਇਹ ਖਾਲਸੇ ਦੇ ਵਿੱਚ ਉੱਤਮ ਗੁਣ ਹੈ। ਜਬ ਹਮਰੇ ਦਰਸ਼ਨ ਕੋ ਆਵੋ, ਬਣ ਸੁਚੇਤ ਤਨ ਸ਼ਸਤਰ ਸਜਾਵੋ। ਹਜੂਰ ਨੇ ਇਹ ਆਗਿਆ ਕੀਤੀ ਹੈ, ਜਦੋਂ ਸਾਡੇ ਦਰਸ਼ਨਾਂ ਵਾਸਤੇ ਆਵੋ ਪੂਰਾ ਸੁਚੇਤ ਹੋ ਕੇ ਤੇ ਸ਼ਸਤਰ ਧਾਰ ਕੇ ਆਉਣਾ। ਮਹਾਰਾਜ ਜੀ ਕਹਿੰਦੇ ਹਨ, ਯਹ ਮੁਰ ਆਗਿਆ ਸੁਣ ਲਿਓ ਪਿਆਰੇ, ਬਿਨਾ ਸ਼ਸਤਰ ਕੇ ਸੰਗ ਦੇਉ ਨਾ ਦਿਦਾਰੇ। ਮਹਾਰਾਜ ਜੀ ਕਹਿੰਦੇ ਹਨ, ਸ਼ਸਤਰ ਤੇ ਕੇਸਾਂ ਤੋਂ ਬਿਨਾਂ ਅਸੀਂ ਦਰਸ਼ਨ ਨਹੀਂ ਦੇਣੇ। ਜੇ ਅੱਜ ਦੀਆਂ ਸਰਕਾਰਾਂ ਹਕੂਮਤਾਂ ਕਹਿੰਦੀਆਂ ਹਨ ਕਿ ਗੁਰਸਿੱਖਾਂ ਦੇ ਗਲੇ ਵਿੱਚ ਪਾਈਆਂ ਹੋਈਆਂ ਕਿਰਪਾਨਾਂ ਇਹ ਨਹੀਂ ਪਾਉਣੀਆਂ ਚਾਹੀਦੀਆਂ, ਸਾਧ ਸੰਗਤ ਜੀ ਅਸੀਂ ਤਾਂ ਆਪਣੇ ਪਿਓ ਦਾ ਹੁਕਮ ਮੰਨਣਾ ਹੈ। ਸਾਡੇ ਪਿਤਾ ਜੀ ਕਹਿੰਦੇ ਹਨ, ਬਿਨਾਂ ਸ਼ਸਤਰ ਕੇ ਸੰਗ ਦਿਓ ਨਾ ਦਿਦਾਰੇ। ਹਜੂਰ ਕਹਿੰਦੇ ਹਨ, ਅਸੀਂ ਦਿਦਾਰੇ ਨਹੀਂ ਦੇਣੇ। ਅੱਜ ਵੀ ਭਾਰੀ ਪ੍ਰਤਾਪ ਦੇ ਸਹਿਤ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼ਸਤਰਾਂ ਦੇ ਸਮੇਤ ਤਖਤ ਤੇ ਸੱਜ ਬੈਠੇ ਹਨ, ਤੇ ਖਾਲਸਾ ਵੀ ਸਾਧ ਸੰਗਤ ਜੀ ਹਜੂਰ ਦਾ ਹੀ ਰੂਪ ਹੈ। ਐਸੇ ਹੀ ਸ਼ਸਤਰ ਸਜਾ ਕੇ ਹਜੂਰ ਦਾ ਖਾਲਸਾ ਦਰਸ਼ਨ ਕਰਨ ਆਇਆ ਕਰੇ। ਤੇ ਮਹਾਰਾਜ ਜੀ ਜਿਸ ਤਰ੍ਹਾਂ ਕਹਿੰਦੇ ਹਨ, ਧੁਨੰਗ ਸੰਗ ਸਾਰੀ ਪ੍ਰਭੂ ਜੀ ਸੁਨਾਈ, ਬਿਨਾ ਤੇਗ ਕੇ ਸੰਗ ਰਹਿ ਨਾਹੇ ਭਾਈ। ਮਹਾਰਾਜ ਜੀਆਂ ਨੇ ਉੱਚੀ ਆਵਾਜ਼ ਵਿੱਚ ਕਹਿ ਕੇ ਸੁਣਾਇਆ ਸੀ ਕਿ ਕੇਸਾਂ ਤੇ ਸ਼ਸਤਰਾਂ ਤੋਂ ਬਿਨਾਂ ਸਾਡਾ ਭਾਈ ਨਹੀਂ ਹੈ। ਮਹਾਰਾਜ ਜੀਆਂ ਦੇ ਜੋ ਇਹ ਪਾਵਨ ਮਹਾਰਾਜ ਜੀਆਂ ਦੇ ਉਪਦੇਸ਼ ਹਨ ਸਾਡੇ ਹਿਰਦੇ ਵਿੱਚ ਵਸਣ। ਅੱਜ ਸਾਧ ਸੰਗਤ ਜੀ ਤੁੱਛ ਦੀਆਂ ਚੀਜ਼ਾਂ ਕਰਕੇ ਕਈ ਸਾਧ ਸੰਗਤ ਜੀ ਐਵੇਂ ਹੀ ਆ ਮੀਡੀਆ ਦਾ ਯੁੱਗ ਵੀ ਬੜਾ ਤੇਜ਼ ਹੈ, ਦੇਖ ਕੇ ਕੇਸਾਂ ਦੀ ਬੇਅਦਬੀ ਕਰਾ ਦਿੰਦੇ ਹਨ। ਕੇਸਾਂ ਦੀ ਵੀ ਬਹੁਤ ਮਹਾਨ ਸਾਧ ਸੰਗਤ ਜੀ ਜ਼ਿੰਦਗੀ ਦੇ ਵਿੱਚ ਅਹਿਮੀਅਤ ਹੈ। ਮਹਾਰਾਜ ਜੀ ਕਿਰਪਾ ਕਰਨ ਕੇਸਾਂ ਤੇ ਵੀ ਸਾਧ ਸੰਗਤ ਜੀ ਕੇਸ ਵੀ ਰੱਖੀਏ ਤੇ ਸ਼ਸਤਰ ਵੀ ਧਾਰਨ ਕਰੀਏ। ਸਭ ਤੋਂ ਪਹਿਲਾਂ ਮਹਾਨ ਹਜੂਰ ਦਾ ਉਪਦੇਸ਼ ਕਮਾਈਏ ਕਿ ਜੇ ਹਜੂਰ ਦਾ ਉਪਦੇਸ਼ ਨਾ ਕਮਾਇਆ ਤਾਂ ਸਦਾ ਲਈ ਗੁਲਾਮੀ ਭਾਵ ਮਾਨਸਿਕ ਤੇ ਸਰੀਰਕ ਤੌਰ ਤੇ ਸਾਨੂੰ ਸਹਿਣੀ ਪਵੇਗੀ। ਇਹ ਮਹਾਰਾਜ ਜੀਆਂ ਨੇ ਸਾਧ ਸੰਗਤ ਜੀ ਗੁਰਬਾਣੀ ਅਤੇ ਸ਼ਸਤਰ ਧਾਰਨ ਕਰਾ ਕੇ ਮਾਨਸਿਕ ਤੇ ਸਰੀਰਕ ਤੌਰ ਤੋਂ ਇਹ ਗੁਲਾਮੀ ਕੱਟ ਦਿੱਤੀ ਹੈ। ਆਜ਼ਾਦ ਖਾਲਸਾ ਹਜੂਰ ਨੇ ਜਿਸ ਤਰ੍ਹਾਂ ਪ੍ਰਗਟ ਕੀਤਾ ਹੈ। ਹਜੂਰ ਕਹਿੰਦੇ ਹਨ, ਜਜਨ ਭਜਨ ਮਮ ਖਾਲਸਾ, ਖਾਲਸਾ ਪੂਜਵੇ ਜੋਗ। ਮਹਾਰਾਜ ਜੀ ਕਹਿੰਦੇ ਹਨ, ਇਹ ਮੇਰਾ ਖਾਲਸਾ ਪੂਜਨ ਯੋਗ ਹੈ। ਜਜਨ ਤੇ ਭਜਨ, ਸਾਡਾ ਭਜਨ ਵੀ ਖਾਲਸਾ ਹੈ। ਦਾਸ ਗੋਬਿੰਦ ਫਤਿਹ ਖਾਲਸਾ, ਦਰਸ ਪਰਸ ਮਿਟੈ ਸੋਕ। ਹਜੂਰ ਕਹਿੰਦੇ ਹਨ, ਮੇਰੇ ਖਾਲਸੇ ਦੇ ਦਰਸ਼ਨ ਪਰਸਨ ਮਾਤਰ ਸੇ ਹੀ ਸੋਗ ਮਿਟ ਜਾਂਦੇ ਹਨ। ਪਰ ਸਾਧ ਸੰਗਤ ਜੀ ਆਪਣੀ ਹਾਲਤ ਦੇਖੀਏ, ਕੋਈ ਪੂਜਣ ਵਾਲੀ ਨਾ ਹੈਗੀ, ਕਿਉਂਕਿ ਮਹਾਰਾਜ ਜੀਆਂ ਦੀ ਬਾਣੀ ਉਦਾਂ ਵਿਸਰ ਗਈ ਹੈ। ਸ਼ਸਤਰ ਪਾਉਣੇ, ਮਹਾਰਾਜ ਜੀਆਂ ਦਾ ਬਾਣਾ ਪਾਉਣਾ ਸ਼ਰਮ ਮਹਿਸੂਸ ਕਰਦੇ ਹਾਂ। ਤਾਂ ਸਾਧ ਸੰਗਤ ਜੀ ਮਹਾਰਾਜ ਜੀਆਂ ਦੀ ਬਾਣੀ ਜੇ ਪਤਾ ਹੀ ਨਹੀਂ ਬਾਣੀ ਹੁੰਦੀ ਕੀ ਹੈ, ਇਤਿਆਦਿਕ ਪੜ੍ਹਨੀ ਨਹੀਂ ਆਉਂਦੀ ਬਹੁਤਿਆਂ ਨੂੰ। ਜੇ ਇੱਧਰ ਦੇਖਿਆ ਜਾਵੇ ਸ਼ਸਤਰ ਵਿਦਿਆ ਉਹ ਵੀ ਨਹੀਂ ਪਤਾ ਉਹ ਕੀ ਹੁੰਦੀ ਹੈ, ਕਿਉਂਕਿ ਸਾਧ ਸੰਗਤ ਜੀ ਕਿਰਪਾਨ ਚਲਾਈ ਨਹੀਂ ਜਾਂਦੀ। ਕਈਆਂ ਨੇ ਮੇਰੇ ਵਾਂਗੂ ਗਾਤਰੇ 'ਚ ਤਾਂ ਪਾਈ ਹੁੰਦੀ ਹੈ ਪਰ ਚਲਾਉਣੀ ਆਉਂਦੀ ਨਹੀਂ। ਪਰ ਸਾਧ ਸੰਗਤ ਜੀ ਹਜੂਰ ਕਹਿੰਦੇ ਹਨ, ਮੇਰੇ ਖਾਲਸੇ ਦੇ ਭਾਵ ਜਜਨ ਭਜਨ ਮਮ ਖਾਲਸਾ, ਖਾਲਸਾ ਪੂਜਨ ਯੋਗ ਹੈ। ਪਰ ਜੇ ਆਪਣੇ ਵੱਲ ਦੇਖੀਏ ਪੂਜਨ ਵਾਲੀ ਹਾਲਤ ਨਹੀਂ ਹੈਗੀ। ਮਹਾਰਾਜ ਜੀ ਕਿਰਪਾ ਕਰਨ। ਹਜੂਰ ਕਹਿੰਦੇ ਹਨ, ਆਤਮ ਰਸ ਜੋ ਜਾਣਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹਿਣ ਭੇਵ। ਮਹਾਰਾਜ ਜੀ ਕਹਿੰਦੇ ਹਨ, ਜੋ ਆਤਮਾ ਦੇ ਰਸ ਨੂੰ ਜਾਣਦਾ ਹੈ, ਜੋ ਬਾਹਰੋਂ ਵੀ ਤੇ ਅੰਦਰੋਂ ਵੀ ਤਿਆਰ ਬਰ ਤਿਆਰ ਰਹਿੰਦਾ ਹੈ, ਕਦੇ ਵੀ ਉਸ ਦਾ ਮਨ ਵਿਸ਼ਿਆਂ ਵਿੱਚ ਨਹੀਂ ਡੋਲਦਾ। ਤੇ ਬਾਹਰੋਂ ਜੇ ਕਿਸੇ ਦੀ ਹਿੰਦੁਸਤਾਨ ਦੀ ਧਰਤੀ ਤੇ ਐਸਾ ਸਮਾਂ ਸੀ ਅਬਲਾ ਦੀ ਲੁੱਟਦੀ ਹੋਈ ਪੱਤ ਆਪਣੀ ਘਰ ਵਾਲੀ ਦੀ ਇੱਜ਼ਤ ਨਾ ਸੀ ਸੰਭਾਲ ਸਕਦੇ, ਜਰਵਾਣਿਆਂ ਅੱਗੇ ਅੱਖਾਂ ਨੀਵੀਆਂ ਕਰ ਲੈਂਦੇ ਸਨ। ਹਜੂਰ ਨੇ ਸ਼ਸਤਰ ਧਾਰਨ ਕਰਕੇ ਬਾਹਰੋਂ ਤੇ ਅੰਦਰ ਆਤਮਾ ਨੂੰ ਜਗਾਇਆ ਸੀ ਕਿ ਦੇਖ ਤੂੰ ਬੁਜ਼ਦਿਲ ਨਹੀਂ ਹੈ, ਤੂੰ ਖਾਲਸਾ ਹੈ। ਮਹਾਰਾਜ ਜੀਆਂ ਨੇ ਹਿੰਦੁਸਤਾਨ ਦੀ ਧਰਤੀ ਤੇ ਇਹ ਮਹਾਰਾਜ ਜੀਆਂ ਨੇ ਖਾਲਸਾ ਪੰਥ ਪ੍ਰਗਟ ਕੀਤਾ ਸੀ। ਹਜੂਰ ਕਿਰਪਾ ਕਰਨ। ਹਜੂਰ
ਹਜੂਰ ਦੀ ਬਾਣੀ ਨਾਲ ਪ੍ਰੇਮ ਲੱਗੇ। ਜਿਸ ਸਮੇਂ ਸਾਧ ਸੰਗਤ ਜੀ ਬਾਣੀ ਨਾਲ ਪ੍ਰੇਮ ਲੱਗੇਗਾ, ਹਜੂਰ ਦਾ ਬਾਣਾ ਪਹੁੰਚ ਮਾਣ ਮਹਿਸੂਸ ਕਰਾਂਗੇ, ਤਾਂ ਉੱਥੇ ਲੁੱਟਦੀ ਹੋਈ ਕਿਸੇ ਦੀ ਪੱਤ, ਕਿਸੇ ਨਾਲ ਹੁੰਦਾ ਹੋਇਆ ਧੱਕਾ ਖਾਲਸਾ ਜਰ ਨਹੀਂ ਸਕੇਗਾ ਜੇ ਸ਼ਸਤਰਧਾਰੀ ਹੋਵੇਗਾ ਮਹਾਰਾਜ ਜੀਆਂ ਦਾ ਖਾਲਸਾ। ਹਜੂਰ ਕਿਰਪਾ ਕਰਨ। ਆਓ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਕਾਸ਼ੀਪੁਰੀ ਬਨਾਰਸ ਦੀ ਧਰਤੀ ਤੇ ਜਿਸ ਤਰ੍ਹਾਂ ਭਾਗ ਲਾ ਰਹੇ ਹਨ, ਹਜੂਰ ਦੇ ਪਾਸ ਤਰ੍ਹਾਂ ਤਰ੍ਹਾਂ ਦੇ ਮਤਾਂਤਰਾਂ ਦੇ ਸਾਧੂ ਆਉਂਦੇ ਹਨ, ਹਜੂਰ ਦੇ ਪਾਸ ਅਰਦਾਸ ਕਰਦੇ ਹਨ, ਕਿਉਂਕਿ ਸਾਧ ਸੰਗਤ ਜੀ ਹਜੂਰ ਦੇ ਦਰਸ਼ਨ ਕਰਦਿਆਂ ਹੀ ਹਿਰਦੇ ਦੇ ਵਿੱਚ ਠੰਡ ਪੈ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਤੇਗ ਬਹਾਦਰ ਸਿਮਰਿਐ ਕਰ ਨੌ ਨਿਧ ਆਵੈ ਧਾਏ। ਮਹਾਰਾਜ ਜੀਆਂ ਦਾ ਨਾਮ ਸਿਮਰਨੇ ਮਾਤਰ ਸੇ ਹੀ ਘਰ ਦੇ ਵਿੱਚੋਂ ਗਰੀਬੀ ਨਾਸ ਹੋ ਜਾਂਦੀ ਹੈ, 9 ਨਿਧੀਆਂ ਆ ਜਾਂਦੀਆਂ ਹਨ। ਉੱਥੇ ਹੀ 9 ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਮਹਾਰਾਜ ਜੀਆਂ ਦਾ ਨਾਮ ਹੀ ਇਹ ਪ੍ਰਭੂ ਦਾ ਨਾਮ ਹੈ, ਵਾਹਿਗੁਰੂ ਦਾ ਨਾਮ ਹੈ, ਜੋ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦਾ ਇੱਕ ਵਾਰੀ ਲੈਣ ਮਾਤਰ ਸੇ ਹਿਰਦੇ ਵਿੱਚ ਵਸ ਜਾਂਦਾ ਹੈ। ਜੇ ਹਜੂਰ ਦਾ ਉਪਦੇਸ਼ ਕਮਾਈਏ ਤਾਂ ਸਾਧ ਸੰਗਤ ਜੀ ਕਿਹਾ ਹੀ ਨਹੀਂ ਜਾ ਸਕਦਾ। ਆਓ ਸਾਧ ਸੰਗਤ ਜੀ ਮਨ ਚਿਤ ਬਿਰਤੀਆਂ ਕਾਗਰ ਕਰਕੇ ਹਜੂਰ ਦੇ ਚਰਣਾ ਕਮਲਾਂ ਦਾ ਧਿਆਨ ਧਰੀਏ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਨਾਵਾ। ਧਨਾਸਰੀ ਰਾਗ ਦੇ ਵਿੱਚ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਪਾਸ ਜਿਸ ਸਮੇਂ ਜੋਗੀ ਆਏ ਸਨ, ਸੰਨਿਆਸੀ ਆਏ ਹਨ, ਮਹਾਰਾਜ ਜੀਆਂ ਨੇ ਦੱਸਿਆ ਹੈ, ਉਪਦੇਸ਼ ਦੇ ਕੇ ਨਿਹਾਲ ਹੋ ਕੇ ਗਏ ਹਨ। ਹਜੂਰ ਹੁਣ ਸਾਨੂੰ ਜਿਸ ਸਮੇਂ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਨ ਦੀ ਵਿਧੀ ਦੱਸਦੇ ਹਨ, ਜਿਸ ਤਰ੍ਹਾਂ ਸਾਧ ਸੰਗਤ ਜੀ ਹਜੂਰ ਫਰਮਾਉਂਦੇ ਹਨ, ਅਬ ਮੈਂ ਕੌਣ ਉਪਾਉ ਕਰਾਂ। ਜਿਸ ਸਮੇਂ ਜਗਿਆਸਾ ਜਾਗਦੀ ਹੈ ਗੁਰਸਿੱਖ ਦੇ ਹਿਰਦੇ ਦੇ ਵਿੱਚ, ਮਹਾਰਾਜ ਜੀ ਆਪ ਜੀਆਂ ਦਾ ਇਹ ਨਿਰਾਲਾ ਪੰਥ ਹੈ, ਪਰ ਮਹਾਰਾਜ ਜੀ ਮੈਂ ਭਟਕ ਗਿਆ ਹਾਂ ਕਿਸੇ ਕਾਰਨਾਂ ਕਰਕੇ, ਹਜੂਰ ਮੇਰੇ ਵਸ ਨਹੀਂ ਹੈ। ਜੇ ਮੇਰੇ ਵਸ ਹੁੰਦਾ ਤਾਂ ਮੈਂ ਕਿਉਂ ਭਟਕ ਜਾਂਦਾ, ਕਿਉਂ ਕੇਸ ਕਤਲ ਕਰਾਉਂਦਾ। ਹਜੂਰ ਕੁਝ ਮੇਰੇ ਵਸ ਨਹੀਂ ਸੀ, ਹੁਣ ਆਪ ਕਿਰਪਾ ਕਰਕੇ ਦੱਸੋ ਅਬ ਮੈਂ ਕੌਣ ਉਪਾਉ ਕਰੂੰ। ਮਹਾਰਾਜ ਜੀ ਕਿਹੜਾ ਉਪਾਅ ਕਰਨਾ ਕਰਾਂ ਕਿ ਜਿਸ ਕਰਕੇ ਆਪ ਜੀਆਂ ਦੇ ਚਰਣਾ ਕਮਲਾਂ ਦਾ ਪ੍ਰੇਮ ਲੱਗ ਜਾਵੇ। ਮਹਾਰਾਜ ਜੀ ਮੈਂ ਤਾਂ ਹੁਣ ਅੰਮ੍ਰਿਤ ਵੀ ਛਕ ਲਿਆ ਹੈ, ਪਰ ਫਿਰ ਵੀ ਆਪ ਜੀਆਂ ਦੀ ਸੰਗਤ ਵਿੱਚ ਬੈਠਿਆ ਹੀ ਨਹੀਂ ਜਾਂਦਾ, ਕਿਉਂਕਿ ਮਹਾਰਾਜ ਜੀ ਮੈਨੂੰ ਕੰਮ ਹੀ ਬਹੁਤ ਪੈ ਜਾਂਦੇ ਨੇ। ਆਪ ਜੀਆਂ ਦੀ ਗੁਰਬਾਣੀ ਦਾ ਚੱਲਦਾ ਹੋਵੇ ਪ੍ਰਵਾਹ, ਹਜੂਰ ਸੁਰਤੇ ਨਹੀਂ ਟਿਕਦੇ। ਆਪ ਕਿਰਪਾ ਕਰਕੇ ਦੱਸਣਾ ਕਰੋ ਅਬ ਮੈਂ ਕੌਣ ਉਪਾਉ ਕਰੂੰ। ਮਹਾਰਾਜ ਜੀ ਕਿਹੜਾ ਉਪਾਅ ਕਰਨਾ ਕਰੀਏ। ਮਹਾਰਾਜ ਜੀ ਜਿਸ ਸਮੇਂ ਅੱਗੇ ਦੱਸਦੇ ਹਨ, ਜਿਹੇ ਬਿਦ ਮਨ ਕੋ ਸੰਸਾ ਚੁਕੈ। ਮਹਾਰਾਜ ਜੀ ਕਹਿੰਦੇ ਹਨ ਕਿ ਅਰਦਾਸ ਕਰਿਆ ਕਰੋ ਅਕਾਲ ਪੁਰਖ ਵਾਹਿਗੁਰੂ ਅੱਗੇ ਕਿ ਅਬ ਮੈਂ ਕੌਣ ਉਪਾਉ ਕਰੂੰ। ਮਹਾਰਾਜ ਜੀ ਹੁਣ ਕਿਹੜਾ ਉਪਾਉ ਕਰਨਾ ਕਰੀਏ ਕਿ ਜਿਹੜੀ ਵਿਧੀ ਦੇ ਨਾਲ ਇਸ ਮਨ ਦੇ ਵਿੱਚੋਂ ਸੰਸਾ ਭਾਵ ਜੋ ਇਹ ਸੰਸਾ ਹੀ ਪਿਆ ਰਹਿੰਦਾ ਹੈ। ਪਹਿਲਾਂ ਤਾਂ ਸਾਧ ਸੰਗਤ ਜੀ ਯਕੀਨ ਹੀ ਨਹੀਂ ਹੁੰਦਾ ਕਿ ਹਜੂਰ ਤਾਂ ਹਰ ਇੱਕ ਦੇ ਵਿੱਚ ਵਸ ਰਹੇ ਹਨ। ਮਹਾਰਾਜ ਜੀ ਸੰਸਾ, ਇਹ ਸੰਸੇ ਤੋਂ ਭਾਵ ਸ਼ੰਕਾ। ਸਾਧ ਸੰਗਤ ਜੀ ਜਿਸ ਤਰ੍ਹਾਂ ਗੁਰਸਿੱਖਾਂ ਦੇ ਬੋਲੇ ਹਨ ਕਿ ਲਘੂ ਸ਼ੰਕਾ, ਦੀਰਘ ਸ਼ੰਕਾ, ਇਹ ਸ਼ੰਕਾ ਗੰਦਗੀ ਨੂੰ ਕਹਿੰਦੇ ਹਨ। ਜਿਸ ਤਰ੍ਹਾਂ ਆਪਾਂ ਟਾਇਲਟ ਤੇ ਵਾਸ਼ਰੂਮ ਦੀ ਕਿਰਿਆ ਕਹਿੰਦੇ ਹਾਂ, ਇਹ ਕਈ ਕਿਰਿਆ ਕਰਦੇ ਹਨ ਲਘੂ ਸ਼ੰਕਾ ਤੇ ਦੀਰਘ ਸ਼ੰਕਾ, ਇਸ ਨੂੰ ਗੰਦਗੀ ਨੂੰ ਸ਼ੰਕਾ ਕਿਹਾ ਜਾਂਦਾ ਹੈ। ਮਹਾਰਾਜ ਜੀਆਂ ਅੱਗੇ ਅਰਦਾਸ ਕਰਨ ਦੀ ਵਿਧੀ ਦੱਸਦੇ ਹਨ ਕਿ ਅਬ ਮੈਂ ਕੌਣ ਉਪਾਉ ਕਰੂੰ, ਜਿਹੇ ਬਿਦ ਮਨ ਕੋ ਸ਼ੰਕਾ ਚੁਕੈ। ਕਿ ਮਹਾਰਾਜ ਜੀ ਮਨ ਦੇ ਉੱਤੇ ਭਰਮ ਹੀ ਪਿਆ ਰਹਿੰਦਾ ਹੈ, ਕਿਉਂਕਿ ਮਹਾਰਾਜ ਜੀ ਏਦਾਂ ਲੱਗਦਾ ਹੈ ਜੇ ਅਸੀਂ ਕਮਾਈ ਨਾ ਕਰੀਏ ਤਾਂ ਹਜੂਰ ਸਾਡੀ ਗੁਜਰਾਨ ਕਿੱਦਾਂ ਚੱਲੇਗੀ।
ਸ਼ੰਕਾ ਹੀ ਹੈ। ਮਹਾਰਾਜ ਜੀ ਇੰਨੀ ਬਾਣੀ ਪੜ੍ਹ ਕੇ ਫਿਰ ਵੀ ਮਨ ਦੇ ਵਿੱਚ ਭਰੋਸਾ ਨਹੀਂ ਰਹਿੰਦਾ ਕਿ ਇਹ ਬਾਣੀ ਕੀ ਕੋਈ ਸਾਡੀ ਸੁਣ ਵੀ ਰਿਹਾ ਹੈ। ਮਹਾਰਾਜ ਜੀ ਮਨ ਵਿੱਚ ਸ਼ੰਕੇ ਹੀ ਹਨ, ਯਕੀਨ ਹੀ ਨਹੀਂ ਹੁੰਦਾ ਕਿ ਇੱਥੋਂ ਤੀਕਰ ਸਾਧ ਸੰਗਤ ਜੀ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਹਜ਼ੂਰੀ ਵਿੱਚ ਬੈਠੇ ਹੋਈਏ ਤਾਂ ਸਾਧ ਸੰਗਤ ਜੀ ਮਨ ਦੇ ਵਿੱਚ ਸ਼ੰਕਾ ਹੀ ਹੈ, ਕਿਉਂਕਿ ਇੰਨਾ ਜਾਗਦੀ ਜੋਤ ਨਹੀਂ ਹਜ਼ੂਰ ਨੂੰ ਸਮਝਦੇ। ਜੇ ਫੋਨ ਕੱਢ ਕੇ ਭਾਵ ਐਸੇ ਕੱਪੜੇ ਪਾ ਕੇ ਆਉਣੇ ਹਾਂ ਜਿਹੜੇ ਨਹੀਂ ਪਾਉਣੇ ਚਾਹੀਦੇ। ਇਥੋਂ ਤੀਕਰ ਕੀ ਸਾਧ ਸੰਗਤ ਜੀ ਜੇ ਹਜ਼ੂਰ ਦੀ ਲੱਗਾ ਹੋਵੇ ਦੀਵਾਨ, ਹਜ਼ੂਰ ਕਹਿੰਦੇ ਹਨ ਕਿ ਜੇ ਸਤ ਸੰਗਤ ਮੈਂ ਬਾਤ ਚਲਾਵੈ, ਮਹਾਰਾਜ ਜੀ ਕਹਿੰਦੇ ਹਨ ਜੇ ਸਤ ਸੰਗਤ ਦੇ ਵਿੱਚ ਆ ਕੇ ਗੱਲਾਂ ਕਰੇਗਾ, ਹਜ਼ੂਰ ਕਹਿੰਦੇ ਹਨ ਨਰਕਾਂ ਨੂੰ ਜਾਵੇਗਾ। ਇਹ ਹਜ਼ੂਰ ਨੇ ਭਾਰੀ ਬਚਨ ਕਹੇ ਹਨ, ਕਿਉਂਕਿ ਸਾਧ ਸੰਗਤ ਜੀ ਸਤ ਸੰਗਤ ਜੁੜਨ ਦਾ ਨਾਮ ਹੈ। ਇਹ ਕਥਾ ਉੱਥੇ ਲੈ ਜਾਂਦੀ ਹੈ ਜਿੱਥੋਂ ਆਪ ਆਈ ਹੈ। ਇਹ ਧੁਰ ਤੋਂ ਮਹਾਰਾਜ ਜੀਆਂ ਦੀ ਬਾਣੀ ਦੀ ਕਥਾ ਆਈ ਹੈ। ਜੇ ਕੋਈ ਗੁਰਸਿੱਖ ਪ੍ਰੇਮ ਨਾਲ ਸੁਣਦਾ ਹੈ, ਉਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੀ ਐਦਾਂ ਮਹਿਸੂਸ ਹੁੰਦਾ ਹੈ ਗੋਦੀ ਵਿੱਚ ਬੈਠ ਕੇ ਕਥਾ ਸੁਣ ਰਿਹਾ ਹੈ। ਇਹ ਮਹਾਰਾਜ ਜੀਆਂ ਦੀ ਕਥਾ ਸਾਧ ਸੰਗਤ ਜੀ ਜੇ ਆਪਾਂ ਗੱਲਾਂ ਕਰਾਂਗੇ, ਇੱਥੋਂ ਤਿੱਕਰ ਹਜ਼ੂਰ ਨੇ ਕਿਹਾ ਹੈ ਕਿ ਸਤ ਸੰਗਤ ਮੈਂ ਚੀਤ ਡੁਲਾਵੈ, ਆ ਕੇ ਜੇ ਕੋਈ ਚਿੱਤ ਵੀ ਡੁਲਾਉਂਦਾ ਹੈ ਇਹਾਂ ਉਹਾਂ ਠੌਰ ਨਾ ਪਾਵੈ। ਨਾ ਇੱਥੇ ਤੇ ਨਾ ਉੱਥੇ ਠੌਰ ਨਹੀਂ ਪਾਵੇਗਾ। ਜੇ ਹਜ਼ੂਰ ਦੇ ਅੱਗੇ ਚਿੱਤ ਹੀ ਡੋਲ ਗਿਆ ਆ ਕੇ ਕਿ ਮੈਂ ਇੱਥੇ ਐਵੇਂ ਹੀ ਆ ਗਿਆ ਹਾਂ, ਭਾਵ ਹਜ਼ੂਰ ਮੇਰੀ ਗੱਲ ਸੁਣਦੇ ਹੋਣਗੇ। ਸਾਧ ਸੰਗਤ ਜੀ ਜਾਗਦੀ ਜੋਤ ਹਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਜ਼ੂਰ ਨੇ ਜਿਸ ਸਮੇਂ ਸਾਧ ਸੰਗਤ ਜੀ ਆਨੰਦਪੁਰ ਸਾਹਿਬ ਜੀਆਂ ਦੀ ਧਰਤੀ ਤੇ ਹਜ਼ੂਰ ਨੂੰ ਗੁਰਸਿੱਖ ਖਾਲਸਾ ਪੁੱਛਦਾ ਹੈ, ਜਿਸ ਸਮੇਂ ਪਤਾ ਲੱਗਾ ਹਜ਼ੂਰ ਜੋਤੀ ਜੋਤ ਸਮਾ ਜਾਣੇ ਹਨ। ਮਹਾਰਾਜ ਜੀ ਜੇ ਆਪ ਜੀਆਂ ਦੇ ਦਰਸ਼ਨ ਕਰਨ ਦੀ ਤਾਂਘ ਹੋਵੇ ਤਾਂ ਹਜ਼ੂਰ ਨੇ ਕਿਹਾ ਸੀ ਕਿ ਸਾਡਾ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ। ਜੇ ਮੋਹੇ ਦਰਸ਼ਨ ਕਰਨੇ ਹਨ ਕਿ ਪੜ੍ਹੋ ਸ੍ਰੀ ਗੁਰੂ ਗ੍ਰੰਥ ਚਿੱਤ ਲਾਏ। ਮਹਾਰਾਜ ਜੀਆਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਕਰ ਲੈਣਾ। ਮਮ ਸਰੂਪ ਤੇ ਯਾਤੇ ਦੀਰਘ ਸਾਹਿਬ ਜਾਣ ਅਦਾਇਬ ਕਹਿ ਹੈ। ਪੰਜਵੇਂ ਪਾਤਸ਼ਾਹ ਪੰਜਵੇਂ ਰੂਪ ਵਿੱਚ ਹਜ਼ੂਰ ਨੇ ਕਿਹਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੇ ਕਿ ਸਾਡੇ ਸਰੂਪ ਤੋਂ ਵੀ ਵੱਡੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਾਧ ਸੰਗਤ ਜੀ ਸਾਹਿਬ ਜਾਣ ਕੇ ਅਦਾਇਬ ਭਾਵ ਅਦਬ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ। ਖਾਲਸੇ ਨੇ ਪੁੱਛਿਆ ਹਜ਼ੂਰ ਜੇ ਬਾਤ ਕਰਨੇ ਦੀ ਇੱਛਾ ਹੋਵੇ, ਬਾਤ ਕਰਨ ਗੁਰ ਸੋਚ ਹੈ, ਪੜ੍ਹੈ ਗੁਰੂ ਗ੍ਰੰਥ ਚਿਤ ਲਾਵੇ। ਮਹਾਰਾਜ ਜੀ ਕਹਿੰਦੇ ਹਨ ਜੇ ਸਾਡੇ ਨਾਲ ਗੱਲ ਕਰਨ ਦੀ ਇੱਛਾ ਹੋਵੇ ਖਾਲਸਾ ਜੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਸਹਿਜ ਪਾਠ ਕਰਨਾ। ਤਾਬਿਆਂ ਤੇ ਜੇ ਸਮਾਂ ਹਜ਼ੂਰ ਨੇ ਆਗਿਆ ਕੀਤੀ ਹੈ, ਜੇ ਬਹੁਤਾ ਨਹੀਂ ਤਾਂ ਘੱਟੋ ਘੱਟ ਇੱਕ ਵਾਰੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਕਰਨੇ। ਐਸੇ ਮਹਾਨ ਮਹਾਪੁਰਸ਼ ਸਾਧੂ ਆਪਣੀ ਕੌਮ ਵਿੱਚ ਹੋਏ ਹਨ। ਸਾਧ ਸੰਗਤ ਜੀ ਪਤਾ ਹੀ ਨਹੀਂ ਲੱਗਦਾ ਉਹਨਾਂ ਨੂੰ ਜਿਸ ਸਮੇਂ ਹਜ਼ੂਰ ਦੀ ਤਾਬਿਆਂ ਤੋਂ ਸਹਿਜ ਪਾਠ ਕਰਨਾ ਆਰੰਭ ਕਰਦੇ ਹਨ ਕਿੰਨਾ ਸਮਾਂ ਬੈਠੇ ਹੀ ਰਹਿੰਦੇ ਹਨ। ਕਈ ਐਸੇ ਹਨ ਕਿ ਪੂਰਾ ਪੂਰਾ ਸੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਇੱਕ ਵਾਰ 'ਚ ਹੀ ਮਹਾਰਾਜ ਜੀਆਂ ਦੇ ਖੰਡ ਪਾਠ ਸਾਹਿਬ ਜੀਆਂ ਦਾ ਭੋਗ ਪਾ ਦਿੰਦੇ ਹਨ। ਐਸੇ ਪ੍ਰੇਮ ਵਿੱਚ ਗੁਰਸਿੱਖ ਬੈਠਦੇ ਹਨ। ਐਸੇ ਕੌਮ ਦੇ ਆਗੂ ਵੀ ਉਸ ਸਮੇਂ ਐਸੇ ਹੋਇਆ ਕਰਦੇ ਸਨ ਕਿ ਕਾਲੀ ਬਾਬਾ ਫੂਲਾ ਸਿੰਘ ਜੀ ਆਦਿਕ 5 ਗ੍ਰੰਥੀਆਂ ਤੱਕ ਦੇ ਜਿਨ੍ਹਾਂ ਦੇ ਆਮ ਨੇਮ ਸਨ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਕਰਨ ਤੋਂ ਸਿਵਾ ਗੁਰੂ ਕੇ ਸਿੱਖ ਮੁਖ ਵਿੱਚ ਅੰਨ ਦਾ ਦਾਣਾ ਨਾ ਸੀ ਪਾਇਆ ਕਰਦੇ। ਅੱਜ ਵੀ ਸਾਧ ਸੰਗਤ ਜੀ ਐਸੇ ਗੁਰਸਿੱਖ ਇੱਥੇ ਵੀ ਹਨ ਕਿ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਕੀਤੇ ਤੋਂ ਬਗੈਰ ਮੁਖ ਵਿੱਚ ਅੰਨ ਦਾ ਦਾਣਾ ਨਹੀਂ ਪਾਉਂਦੇ। ਇਹ ਗੁਰਸਿੱਖਾਂ ਦੇ ਮਹਾਨ ਨਿਯਮ ਹੋਇਆ ਕਰਦੇ ਹਨ। ਸਾਧ ਸੰਗਤ ਜੀ ਬਹੁਤ ਸਾਖੀਆਂ ਆਉਂਦੀਆਂ ਨੇ ਪਰ ਸਮਾਂ ਸੰਪੂਰਨ ਹੋ ਗਿਆ ਹੈ। ਜਿਸ ਤਰ੍ਹਾਂ ਅੱਗੇ ਆਉਂਦਾ ਹੈ ਜਿਹ ਬਿਦ ਮਨ ਕੋ ਸੰਸਾ ਚੂਕੈ, ਸੰਸੇ ਤੋਂ ਭਾਵ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਜੰਗ ਤੋਂ ਭਾਵ ਵੀ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਇਹ ਜੰਗ ਮਨ ਦੇ ਵਿੱਚ ਛਿੜਿਆ ਰਹਿੰਦਾ ਹੈ ਕਿਉਂਕਿ 2 ਤਰ੍ਹਾਂ ਦੇ ਮਨ ਹੁੰਦੇ ਹਨ। ਇੱਕ ਵਿਸ਼ਿਆਂ ਵਾਲਾ ਮਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਦੂਸਰੇ ਪਾਸੇ ਹਜ਼ੂਰ ਦੇ ਸਾਧ ਸੰਗਤ ਜੀ ਜਿਸ ਤਰ੍ਹਾਂ ਗੁਰਬਾਣੀ ਦੀ ਜਦੋਂ ਸਿੱਖਿਆ ਸੁਣਦੇ ਹਨ ਇੱਕ ਬੰਨੇ ਚੰਗਾ ਮਨ ਵੀ ਹੁੰਦਾ ਹੈ ਜੋ ਸ਼ਬਦ ਅਤੇ ਭਾਵ ਵਾਹਿਗੁਰੂ ਸ਼ਬਦ ਮਹਾਰਾਜ ਜੀਆਂ ਦਾ ਸੁਣ ਕੇ ਬੈਰਾਗ ਜਿਸ ਤਰ੍ਹਾਂ ਸ਼ੁਭ ਗੁਣ
ਸੰਤੋਖ ਆਦਿਕ, ਇਸ ਤਰ੍ਹਾਂ ਗਿਆਨ, ਜਿਸ ਤਰ੍ਹਾਂ ਵਿਵੇਕ, ਇਹ ਸ਼ੁਭ ਗੁਣ ਦੀ ਸੈਨਾ ਹੁੰਦੀ ਹੈ। ਇਹ ਮਹਾਰਾਜ ਜੀ ਅੱਗੇ ਜਿਸ ਸਮੇਂ ਅਰਦਾਸ ਕੀਤੀ ਗੁਰਸਿੱਖਾਂ ਨੇ, ਜਿਹ ਬਿਦ ਮਨ ਕੋ ਸ਼ੰਕਾ ਚੁਕੈ, ਮਹਾਰਾਜ ਜੀ ਕਿਹੜੀ ਵਿਧੀ ਨਾਲ ਅਸੀਂ ਆਪਣੀ ਇਸ ਜ਼ਿੰਦਗੀ ਨੂੰ ਜੀਏ, ਜਿਹੜੇ ਮਨ ਦੇ ਨਾਲ ਇਹ ਚੱਲਦੀ ਹੋਈ ਜੰਗ ਹੈ, ਸ਼ੰਕੇ ਤੋਂ ਭਾਵ ਜੰਗ ਇਹ ਛੁੱਟ ਜਾਵੇ, ਫਤਿਹ ਜਾਬੀ ਪ੍ਰਾਪਤ ਹੋਵੇ, ਭਉ ਨਿਦ ਪਾਰ ਪਰੋਂ, ਮਹਾਰਾਜ ਜੀ ਇਹ ਭੈ ਦਾ ਇੱਕ ਸੰਸਾਰ ਪਾਰ ਹੋ ਜਾਈਏ। ਤਾਂ ਉਸ ਸਮੇਂ ਹਜੂਰ ਦੇ ਗੁਰਸਿੱਖ ਸਾਧ ਸੰਗਤ ਜੀ ਰਜਨ ਸਬਾਈ ਜੰਗਾ, ਉਹਨਾਂ ਦੇ ਹਿਰਦੇ ਦੇ ਵਿੱਚ ਰਾਤ ਦਿਨ ਜੰਗ ਚੱਲਦੀ ਰਹਿੰਦੀ ਹੈ। ਜੇ ਉਹ ਕਿਸੇ ਦਾ ਭਾਵ ਮਾੜਾ ਮਨ ਵਿੱਚ ਫੁਰਨਾ ਵੀ ਉੱਠੇ ਤਾਂ ਹਜੂਰ ਦੇ ਸ਼ਬਦ ਦੇ ਨਾਲ ਕਰ ਓਟ ਸ਼ਬਦ ਕਰ ਚਰਮਣ ਹੈ ਕਿ ਹਜੂਰ ਦੇ ਸ਼ਬਦ ਦੀ ਚਮੜੇ ਦੀ ਢਾਲ ਹੱਥ ਵਿੱਚ ਪਕੜੀ ਹੁੰਦੀ ਹੈ। ਦੇਖ ਮਨਾ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਦਾ ਤੇਰੇ ਨਾਲ ਵਸਦੇ ਹਨ। ਕੀ ਤੇਰੇ ਮਨ ਦੇ ਵਿੱਚ ਐਸੇ ਫੁਰਨੇ ਉੱਠਦੇ ਹਨ? ਹਜੂਰ ਕੀ ਕਹਿੰਦੇ ਹੋਣਗੇ? ਐਸੇ ਸਾਧ ਸੰਗਤ ਜੀ ਆਪਣੇ ਮਨ ਵਿੱਚ ਉਹ ਧਾਰ ਕੇ ਰੱਖਦੇ ਹਨ, ਕਦੇ ਮਾਰਾ ਫੁਰਨਾ ਉੱਠਣ ਹੀ ਨਹੀਂ ਦਿੰਦੇ। ਜਿਸ ਤਰ੍ਹਾਂ ਹਜੂਰ ਨੂੰ ਪੁੱਛਿਆ ਹੈ ਗੁਰਸਿੱਖਾਂ ਨੇ, ਮਹਾਰਾਜ ਜੀ ਇਹ ਜੰਗ ਕਿਵੇਂ ਫਤਿਹ ਹੋਵੇ, ਤਾਂ ਹਜੂਰ ਫਰਮਾਉਂਦੇ ਹਨ, ਪਹਿਰ ਸਮਾਧ ਸਨਾਹ ਗਿਆਨ ਹੈ ਆਸਨ ਚੜਿਓ। ਮਹਾਰਾਜ ਜੀ ਕਹਿੰਦੇ ਹਨ, ਸਾਡੇ ਸੂਰਮੇ ਪਹਿਰ ਸਮਾਧ ਸਨਾਹ, ਜਿਹੜੇ ਸਾਡੇ ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕੇ ਸਮਾਧੀਆਂ ਲਾਉਂਦੇ ਹਨ, ਇਹ ਤਾਂ ਉਹਨਾਂ ਨੇ ਸਾਧ ਸੰਗਤ ਜੀ ਬੁਲਟ ਪ੍ਰੂਫ ਜੈਕਟ, ਜਿਹੜੀ ਸੰਜੋ ਬਖਤਰ ਜਿਸ ਨੂੰ ਕਹਿੰਦੇ ਹਨ, ਲੋਹੇ ਦੀ ਪਾਈ ਹੈ। ਕਿਉਂਕਿ ਅੰਮ੍ਰਿਤ ਵੇਲੇ ਉੱਠ ਕੇ ਹਜੂਰ ਦੇ ਗੁਰਸਿੱਖ ਵਾਹਿਗੁਰੂ ਵਾਹਿਗੁਰੂ ਕਰਦੇ ਹਨ। ਜੇ ਸਮਾਧ ਨਾ ਪਹਿਨੀ ਹੋਵੇ, ਇਹ ਜੈਕਟ ਨਾ ਪਹਿਨੀ ਹੋਵੇ, ਤਾਂ ਸਾਧ ਸੰਗਤ ਜੀ ਇਹ ਵਿਸ਼ਿਆਂ ਦੇ ਤੀਰ ਆ ਕੇ ਵੱਜਣਗੇ ਵੀ ਤੇ ਛਾਤੀ ਵੀ ਪਾੜਨਗੇ। ਜੇ ਹਜੂਰ ਦੀ ਸਮਾਧੀ ਲਾਉਂਦੇ ਹੋਣ ਗੁਰਸਿੱਖ, ਤਾਂ ਸਾਧ ਸੰਗਤ ਜੀ ਉਹਨਾਂ ਨੂੰ ਕੋਈ ਇਹ ਭਾਵ ਬਾਹਰਲੀ ਤੀਰ ਫਿਰ ਅਸਰ ਨਹੀਂ ਕਰਦੇ। ਪਹਿਰ ਸਮਾਧ ਸਨਾਹ ਗਿਆਨ ਹੈ ਆਸਨ ਚੜਿਓ। ਮਹਾਰਾਜ ਜੀਆਂ ਨੂੰ ਫਿਰ ਗੁਰਸਿੱਖਾਂ ਨੇ ਪੁੱਛਿਆ, ਮਹਾਰਾਜ ਜੀ ਸੂਰਮੇ ਘੋੜੇ ਦੀ ਵੀ ਸਵਾਰੀ ਕਰਦੇ ਹਨ, ਤੁਹਾਡੇ ਸੂਰਮੇ ਕਿਹੜੇ ਘੋੜਿਆਂ ਦੀ ਸਵਾਰੀ ਕਰਦੇ ਹਨ? ਮਹਾਰਾਜ ਜੀਆਂ ਨੇ ਫਰਮਾਇਆ ਹੈ, ਗਿਆਨ ਹੈ ਨਾਮ ਘੋੜੇ ਨੂੰ ਕਹਿੰਦੇ ਹਨ। ਸਦਾ ਹੀ ਗਿਆਨ ਦੇ ਆਸਣ ਤੇ ਚੜੇ ਰਹਿੰਦੇ ਹਨ, ਕਦੇ ਵੀ ਉਹਨਾਂ ਦੀ ਬਿਰਤੀ ਗਿਆਨ ਤੋਂ ਡੋਲਦੀ ਨਹੀਂ। ਕਿ ਭਾਵ ਕਦੇ ਵੀ ਸ਼ੰਕਾ ਨਹੀਂ ਮਨ ਵਿੱਚ ਉੱਠਦਾ ਕਿ ਹਜੂਰ ਦੀ ਗੁਰਬਾਣੀ ਇਸ ਤਰ੍ਹਾਂ ਕਹਿੰਦੀ ਹੈ, ਹੋ ਨਹੀਂ ਸਕਦਾ। ਸਦਾ ਗਿਆਨ ਅਰੂੜ ਰਹਿੰਦੇ ਹਨ, ਕਿਤੇ ਮਾੜੀ ਜਗ੍ਹਾ ਤੇ ਵੀ ਚਲੇ ਜਾਣ ਉਹਨਾਂ ਦਾ ਗਿਆਨ ਕਦੇ ਡੋਲਦਾ ਨਹੀਂ ਹੈ। ਐਸਾ ਪ੍ਰਚੰਡ ਗਿਆਨ ਦੇ ਸਹਿਤ ਹਜੂਰ ਦਾ ਖਾਲਸਾ ਘੋੜੇ ਦੀ ਸਵਾਰੀ ਕਰਦਾ ਹੈ। ਫਿਰ ਅੱਗੇ ਹਜੂਰ ਨੇ ਦੱਸਿਆ ਸੀ, ਗੁਰਸਿੱਖਾਂ ਨੇ ਪੁੱਛਿਆ, ਮਹਾਰਾਜ ਜੀ ਆਪ ਜੀਆਂ ਦਾ ਖਾਲਸਾ ਸ਼ਸਤਰ ਵੀ ਪਕੜਦਾ ਹੈ? ਮਹਾਰਾਜ ਜੀ ਕਹਿੰਦੇ ਹਨ, ਧਰਮ ਧਨਖ ਕਰ ਗਇਓ। ਮਹਾਰਾਜ ਜੀ ਕਹਿੰਦੇ ਹਨ, ਆਪਣੇ ਕਰ ਕਮਲਾਂ ਦੇ ਵਿੱਚ ਉਹਨਾਂ ਪਕੜਿਆ ਹੋਇਆ ਹੈ। ਕਿਉਂਕਿ ਸਾਧ ਸੰਗਤ ਜੀ ਆਪਣੇ ਮਨ ਨੂੰ ਹੀ, ਜਿਸ ਤਰ੍ਹਾਂ ਹਜੂਰ ਨੂੰ ਪੁੱਛਿਆ ਸੀ, ਪੰਚ ਸਤਾਵੈ ਦੂਤ ਕਵਣ ਬਿਦ ਮਾਰਨੇ। ਮਹਾਰਾਜ ਜੀ ਇਹ ਪੰਜ ਵਿਕਾਰ ਬੜੇ ਤੰਗ ਕਰਦੇ ਨੇ, ਕਿਹੜੀ ਵਿਧੀ ਨਾਲ ਮਾਰਿਆ ਜਾਵੇ? ਤਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਅਗਲੀ ਪੰਕਤੀ ਵਿੱਚ ਉੱਤਰ ਦੇ ਕੇ ਕਿਹਾ ਸੀ, ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਐ। ਗੁਰਸਿੱਖੋ ਆਪਣੇ ਹਿਰਦੇ ਨੂੰ ਧਨਖ ਬਣਾ ਕੇ ਪ੍ਰੇਮ ਦੇ ਤੀਰ ਚਾੜ ਚਾੜ ਕੇ ਮਾਰਿਓ। ਇਹ ਤਿੱਖੇ ਬਾਣਾਂ ਦੇ ਸਹਿਤ ਹੈ, ਨਾਮ ਪ੍ਰਭ ਧਿਆਈਐ। ਇਹ ਮਹਾਰਾਜ ਜੀਆਂ ਦੇ ਨਾਮ ਜਪਣ ਵਾਲੇ ਜਦੋਂ ਤਿੱਖੇ ਤੀਰ ਚੱਲਣਗੇ, ਇਹ ਜਿਹੜੇ ਪੰਜ ਦੂਤ ਸਤਾਉਂਦੇ ਹਨ ਆਸਾਨੀ ਨਾਲ ਮਰ ਜਾਣਗੇ। ਇਹ ਸਾਧ ਸੰਗਤ ਜੀ ਤਿੱਖੇ ਬਾਣ ਚਲਾਉਣ ਤੋਂ ਭਾਵ ਕਿ ਸੇਵਾ ਕਰਨੀ, ਹਜੂਰ ਦੇ ਗੁਰਸਿੱਖਾਂ ਦੀ ਟਹਿਲ ਕਰਨੀ, ਮਹਾਰਾਜ ਜੀਆਂ ਦਾ ਨਾਮ ਜਪਣਾ। ਹਜੂਰ ਨੇ ਕਿਹਾ ਹੈ, ਸਾਡੇ ਗੁਰਸਿੱਖ ਆਪਣੇ ਹਿਰਦੇ ਨੂੰ ਕਮਾਨ ਬਣਾ ਕੇ ਪ੍ਰੇਮ ਦੇ ਤੀਰ ਚਾੜ ਲੈਂਦੇ ਹਨ। ਭਗਤ ਸੀਲਹਿ ਸਰ ਲੜਿਓ। ਇਹ ਜਿਹੜੀ ਇਹਨਾਂ ਦਾ ਸੀਲ ਸੁਭਾਅ ਹੈ, ਜੋ ਬੜਾ ਹੀ ਨਿਰਮਲ ਸੁਭਾਅ ਹੈ, ਮਹਾਰਾਜ ਜੀ ਕਹਿੰਦੇ ਹਨ ਇਹ ਤੀਰ ਹੈ। ਕਿਉਂਕਿ ਜੇ ਕੋਈ ਉਹਨਾਂ ਨੂੰ ਬੁਰਾ ਕਹਿੰਦਾ ਹੈ, ਅੱਗੋਂ ਜਵਾਬ ਹੀ ਨਹੀਂ ਦਿੰਦੇ। ਭਾਵ ਉਹਨਾਂ ਨੂੰ ਪਤਾ ਹੁੰਦਾ ਹੈ, ਜੇ ਇੱਕ ਜਵਾਬ ਦਿੱਤਾ ਹੋਰ ਪੰਜ ਇਹਨੇ ਅੱਗੋਂ ਪ੍ਰਸ਼ਨ ਕਰਨੇ ਨੇ, ਮੇਰੇ ਵੀ ਮਨ ਦੀ ਅਖੰਡਤਾ ਭੰਗ ਕਰੇਗਾ। ਭਾਵ ਮੇਰੇ ਮਨ ਨੂੰ ਵੀ ਖੰਡ ਖੰਡ ਜਿਹਾ ਕਰ ਦੇਵੇਗਾ। ਹਰ ਇੱਕ ਸਮੇਂ ਭਗਤ ਸੀਲਹਿ ਸਰ ਲੜਿਓ। ਇਹ ਭਗਤੀ ਦੇ ਤੀਰ ਇਹਨਾਂ ਗੁਰਸਿੱਖਾਂ ਦੇ ਕਰ ਕਮਲਾਂ ਵਿੱਚ ਹਨ। ਫਿਰ ਹਜੂਰ ਨੂੰ ਪੁੱਛਦੇ ਹਨ, ਮਹਾਰਾਜ ਜੀ ਗੁਰਸਿੱਖਾਂ ਦੇ ਮਨ ਦੀ ਅਵਸਥਾ ਕੀ ਹੈ? ਹਜੂਰ ਕਹਿੰਦੇ ਹਨ, ਭੈ ਨਿਰਭਉ ਹਰ ਅਟਲ ਮਨ। ਮਹਾਰਾਜ ਜੀ ਕਹਿੰਦੇ ਹਨ, ਨਿਰਭਉ ਹਨ ਸਾਡੇ ਸੂਰਮੇ, ਕਿਸੇ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਭਉ ਨਹੀਂ ਹੈ। ਕਿਉਂਕਿ ਨਿਰਭਉ ਜਪੈ ਸਗਲ ਭਉ ਮਿਟੈ। ਅਟਲ ਮਨ ਭਾਵ ਉਹਨਾਂ ਦਾ ਮਨ ਟਲਨ ਤੋਂ ਰਹਿਤ ਹੁੰਦਾ ਹੈ।
ਕਿਉਂਕਿ ਸਾਧ ਸੰਗਤ ਜੀ ਕਿਤੇ ਵੀ ਚਲੇ ਜਾਣ, ਭਾਵੇਂ ਕਰੋੜਾਂ ਵਕਾਰ ਕਿਉਂ ਨਾ ਅੱਗੇ ਖੜੇ ਹੋਣ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਅੱਗੇ ਪਦਮਣੀ ਜਾਤੀ ਦੀਆਂ ਇਸਤਰੀਆਂ ਕਹਿੰਦੀਆਂ ਸਨ, ਡਿੱਗ ਡਿੱਗੇ, ਜਿਹੜੇ ਨਾ ਅਸੀਂ ਡਿੱਗੇ ਅਸੀਂ ਡੇਗ ਛੱਡੇ ਨੇ ਮਹਾਰਾਜ ਜੀਆਂ ਦੇ ਦਰਸ਼ਨ ਕਰਨ ਵਾਸਤੇ। ਭਾਵ ਜਦੋਂ ਰਾਜੇ ਨੇ ਭੇਜਿਆ ਸੀ, ਨਗਨ ਅਵਸਥਾ ਵਿੱਚ ਆਈਆਂ ਸਨ, ਮਹਾਰਾਜ ਜੀਆਂ ਨੇ ਸ਼ਬਦ ਅਲਾਪ ਕੀਤਾ ਸੀ, ਸਭ ਸਾਧ ਸੰਗਤ ਜੀ ਸਮਾਧੀਆਂ ਲੱਗ ਗਈਆਂ ਸਨ। ਅਟਲ ਮਨ ਹੈ ਗੁਰਸਿੱਖਾਂ ਦੇ ਐਸੇ, ਭਾਵ ਕਦੇ ਟਲਦੇ ਨਹੀਂ ਹਨ, ਬਾਹਰੀ ਤੌਰ ਤੇ ਵੀ ਤੇ ਜੇ ਜੰਗ ਦਾ ਮੈਦਾਨ ਵੀ ਹੋਵੇ ਉੱਥੇ ਵੀ ਹਜੂਰ ਦੇ ਗੁਰਸਿੱਖ ਨਹੀਂ ਟਲਦੇ। ਇਸ ਤੋਂ ਅੱਗੇ ਸ਼ਬਦ ਗੁਰ ਨੇਜਾ ਗੱਡਿਓ, ਜਿਸ ਤਰ੍ਹਾਂ ਸਾਧ ਸੰਗਤ ਜੀ ਦੋ ਸੈਨਾ ਦੇ ਵਿੱਚ ਲੜਾਈ ਹੋਵੇ ਤਾਂ ਇੱਕ ਸੈਨਾ ਜਿਵੇਂ ਨੇਜਾ ਗੱਡ ਦਿੰਦੀ ਹੈ, ਨੇਜਾ ਗੱਡਣ ਤੋਂ ਭਾਵ ਹੁੰਦਾ ਹੈ, ਉਹ ਸੋਚਦੇ ਹਨ ਗੁਰਸਿੱਖੋ, ਭਾਵ ਜਿਹੜੀ ਸੈਨਾ ਨੂੰ ਕਹਿੰਦੇ ਹਨ, ਜੇ ਇਸ ਨੇਜੇ ਤੋਂ ਪਿੱਛੋਂ ਹਟ ਗਏ ਤਾਂ ਸਾਡੀ ਮੌਤ ਹੈ। ਸੂਰਮੇ ਇਸ ਨੇਜੇ ਤੋਂ ਅੱਗੇ ਵੱਧ ਕੇ ਲੜਦੇ ਹਨ। ਇਹ ਫੌਜਾਂ ਦੇ ਵਿੱਚ ਜਿਸ ਤਰ੍ਹਾਂ ਜੰਗ ਦੇ ਵਿੱਚ ਨੇਜਾ ਗੱਡ ਦਿੰਦੇ ਹਨ ਕਿ ਇਸ ਨੇਜੇ ਤੋਂ ਪਿੱਛੇ ਨਹੀਂ ਹਟਣਾ, ਆਪਣੀਆਂ ਜਾਨਾਂ ਤਿੱਕਰ ਲਾ ਦਿੰਦੇ ਹਨ ਸੂਰਮੇ। ਤਾਂ ਮਹਾਰਾਜ ਜੀ ਆਪ ਜੀਆਂ ਦੇ ਸੂਰਮੇ ਕੈਸੇ ਹਨ? ਕਹਿੰਦੇ ਹਨ ਸ਼ਬਦ ਗੁਰ ਨੇਜਾ ਗੱਡਿਓ, ਗੁਰੂ ਦਾ ਸ਼ਬਦ ਨੇਜਾ ਗੱਡ ਦਿੰਦੇ ਹਨ। ਕਹਿੰਦੇ ਹਨ ਜੇ ਸ਼ਬਦ ਤੋਂ ਪਿੱਛੇ ਹਟ ਗਏ ਭਾਵ ਸਾਡੀ ਮੌਤ ਹੈ। ਹਜੂਰ ਦਾ ਸ਼ਬਦ ਕਮਾਉਂਦੇ ਹੋਏ ਨੇਜੇ ਤੋਂ ਵੱਧ ਕੇ ਲੜਦੇ ਹਨ ਹਜੂਰ ਦੇ ਸੂਰਮੇ। ਮਨ ਵਿੱਚ ਸਾਧ ਸੰਗਤ ਜੀ ਅਟਲ ਸੂਰਮੇ ਹਨ ਹਜੂਰ ਦੇ, ਕੋਈ ਬੁਰਾ ਭਾਵ ਹੀ ਨਹੀਂ ਪ੍ਰਗਟ ਹੋਣ ਦਿੰਦੇ। ਸ਼ਬਦ ਗੁਰ ਨੇਜਾ ਗੱਡਿਓ, ਭਾਵ ਗੁਰੂ ਦੇ ਸ਼ਬਦ ਦਾ ਨੇਜਾ ਗੱਡ ਦਿੰਦੇ ਹਨ। ਇਸੇ ਤਰ੍ਹਾਂ ਹਜੂਰ ਦੀਆਂ ਦਰਸਾਈਆਂ ਹੋਈਆਂ ਰਹਿਤ ਮਰਿਆਦਾ ਦਾ ਨੇਜਾ ਗੱਡ ਦਿੰਦੇ ਹਨ। ਹਜੂਰ ਕਹਿੰਦੇ ਹਨ ਅੰਮ੍ਰਿਤ ਵੇਲੇ ਉਠਿਆ ਕਰ, ਹਜੂਰ ਕਹਿੰਦੇ ਹਨ ਸ਼ਸਤਰ ਧਾਰਨ ਕਰ, ਹਜੂਰ ਕਹਿੰਦੇ ਹਨ ਕੇਸ ਰੱਖ, ਇਤਿਆਦਿ ਕੇ ਨੇਜਾ ਗੱਡ ਦਿੰਦੇ ਹਨ। ਕਦੇ ਆਪਣੇ ਨਿਯਮਾਂ ਤੋਂ ਨਹੀਂ ਡੋਲਦੇ, ਕਿਉਂਕਿ ਆਂਦੇ ਹਨ ਜੇ ਰਹਿਤ ਵਿੱਚ ਡਿੱਗ ਗਏ ਤਾਂ ਸਾਡੀ ਆਤਮਿਕ ਤੌਰ ਤੇ ਮੌਤ ਹੋ ਜਾਵੇਗੀ। ਸੂਰਮੇ ਵੱਧ ਕੇ ਅੱਗੇ ਜਿਸ ਤਰ੍ਹਾਂ ਲੜਦੇ ਹਨ, ਸ਼ਬਦ ਗੁਰ ਨੇਜਾ ਗੱਡਿਓ, ਇਹ ਸ਼ਬਦ ਦਾ ਨੇਜਾ ਗੱਡ ਦਿੰਦੇ ਹਨ। ਭਲੋ ਪੁਹਾਲ ਤੇਜੋ ਤਣਾ ਨਿਰਤਪਤ ਨਾਥ ਨਾਨਕ ਬਰ, ਗੁਰ ਅਮਰਦਾਸ ਸੱਚ ਸਲ ਭਣ ਤੈ ਦਲ ਜਿਤਿਓ ਇਵ ਜੁਧ ਕਰ। ਜਿਸ ਤਰ੍ਹਾਂ ਭੱਟ ਸਾਹਿਬਾਨ ਫਰਮਾਉਂਦੇ ਹਨ, ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਆਪ ਜੀਆਂ ਦੇ ਸੂਰਮੇ ਜੋ ਰਾਜਿਆਂ ਦੇ ਰਾਜੇ ਹਨ, ਤੇ ਆਪ ਜੀ ਐਸੀ ਸ਼ਸਤਰ ਵਿਦਿਆ ਆਪਣੇ ਸੂਰਮਿਆਂ ਨੂੰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਿਖਾਉਂਦੇ ਹੋ। ਉਹ ਇਸ ਤਰੀਕੇ ਨਾਲ ਜੋ ਇਹ ਧਰਤੀ ਦੇ ਵਿੱਚ ਰਜਨ ਸਬਾਹੀ ਜੰਗਾਂ ਮਨ ਦੇ ਵਿੱਚ ਜੋ ਯੁੱਧ ਚੱਲਦਾ ਹੈ, ਇਸ ਤਰ੍ਹਾਂ ਉਹ ਇਸ ਯੁੱਧ ਨੂੰ ਜਿੱਤ ਜਾਂਦੇ ਹਨ। ਮਹਾਰਾਜ ਜੀਆਂ ਦੇ ਗੁਰਸਿੱਖ ਸਾਧ ਸੰਗਤ ਜੀ ਜਦੋਂ ਤੀਰ ਪਕੜਦੇ ਹਨ, ਨਿਮਰਤਾ ਦਾ ਤੀਰ ਆਪਣੇ ਹਿਰਦੇ ਵਿੱਚ ਪਕੜ ਲੈਂਦੇ ਹਨ। ਹਰੇਕ ਦੇ ਚਰਨਾਂ ਦੀ ਧੂੜੀ ਹੋਏ ਰਹਿੰਦੇ ਹਨ। ਸਭ ਤੋਂ ਆਪਣੇ ਆਪ ਨੂੰ ਮਾੜਾ ਜਾਣਦੇ ਹਨ ਕਿ ਜੇ ਕੋਈ ਭਾਵ ਨਾ ਹੀ ਕਿਸੇ ਦੀ ਉਸਤਤੀ ਝੂਠੀ ਕਰਦੇ ਹਨ ਤੇ ਨਾ ਹੀ ਕਿਸੇ ਦੀ ਨਿੰਦਾ ਆਪਣੇ ਕੰਨਾਂ ਨਾਲ ਸੁਣਦੇ ਹਨ। ਆਪਣੇ ਆਪ ਨੂੰ ਭਾਵ ਹੱਥ ਜੋੜ ਕੇ ਪ੍ਰਸ਼ਾਦਾ ਵਾਹਿਗੁਰੂ ਜੀ, ਜੀ ਵਾਹਿਗੁਰੂ ਜੀ, ਇਸ ਤਰ੍ਹਾਂ ਹਰੇਕ ਸ਼ਬਦ ਦੇ ਨਾਲ ਵਾਹਿਗੁਰੂ ਜੀ, ਹਾਂਜੀ ਵਾਹਿਗੁਰੂ ਜੀ, ਭਾਵ ਮਹਾਰਾਜ ਜੀਆਂ ਦਾ ਸ਼ਬਦ ਵੀ ਨਹੀਂ ਵਿਸਾਰਦੇ ਤੇ ਚਰਨਾਂ ਦੀ ਧੂੜੀ ਹੋਏ ਰਹਿੰਦੇ ਹਨ ਤੇ ਆਪਣੇ ਆਪ ਨੂੰ ਭਾਵ ਨੀਵਾਂ ਗਿਣਦੇ ਹਨ। ਸਾਧ ਸੰਗਤ ਜੀ ਕੋਈ ਔਗਣ ਹੁੰਦਾ ਹੀ ਨਹੀਂ ਉਹਨਾਂ ਵਿੱਚ, ਪਰ ਫਿਰ ਵੀ ਸਾਧ ਸੰਗਤ ਜੀ ਇੰਨੇ ਗੁਣਾਂ ਦੇ ਭਰਪੂਰ ਹੁੰਦੇ ਹਨ, ਫਿਰ ਵੀ ਹੱਥ ਜੋੜ ਕੇ ਹਜੂਰ ਅੱਗੇ ਅਰਦਾਸ ਕਰਦੇ ਹਨ, ਮਹਾਰਾਜ ਜੀ ਏਤੇ ਔਗਣ ਮੋਹ ਤਨ ਮਾਹੀ, ਰਾਖ ਲਿਹੋ ਪ੍ਰਭ ਸਰਣ ਗਹੀ। ਮਹਾਰਾਜ ਜੀ ਇੱਕ ਔਗਣ ਹੋਵੇ ਤਾਂ ਤੁਹਾਨੂੰ ਗਿਣ ਕੇ ਸੁਣਾ ਦਈਏ, ਇੰਨੇ ਇੱਥੇ ਹੀ ਕਹਿ ਦਿੰਦੇ ਹਨ ਮਹਾਰਾਜ ਜੀ ਮੇਰੇ ਤਨ ਦੇ ਵਿੱਚ ਹਨ, ਆਪ ਜੀਆਂ ਦੀ ਸ਼ਰਨ ਪਕੜ ਲਈ ਹੈ। ਮਹਾਰਾਜ ਜੀ ਸਾਡੇ ਗਰੀਬਾਂ ਨੂੰ ਰੱਖ ਲਿਓ, ਅਨੇਕ ਜਨਮ ਕੇ ਵਿਛੜੇ ਮੇਲੋ। ਮਹਾਰਾਜ ਜੀ ਇੱਕ ਜਨਮਾਂ ਦੇ ਨਹੀਂ, ਜਨਮਾਂ ਦੇ ਵਿਛੜੇ ਹੋਏ ਹਾਂ ਹਜੂਰ, ਸਾਨੂੰ ਹੁਣ ਮੇਲ ਲਵੋ। ਪਾਵਨ ਪਤਤ ਤਵੈ ਬਿਰਦ ਕਹੀ, ਕਿਉਂਕਿ ਮਹਾਰਾਜ ਜੀ ਜਿਹੜੇ ਪਤਤ ਹਨ, ਜਿਹੜੇ ਵੱਡੇ ਪਾਪੀ ਹਨ, ਉਹਨਾਂ ਨੂੰ ਭਾਵ ਮਹਾਰਾਜ ਜੀ ਬੇਕਸਾਰਾ ਯਾਰ ਗੁਰ ਗੋਬਿੰਦ ਸਿੰਘ, ਜਿਨ੍ਹਾਂ ਨੂੰ ਕੋਈ ਆਸਰਾ ਨਹੀਂ ਦਿੰਦਾ, ਆਪ ਉਹਨਾਂ ਨੂੰ ਪਾਪ ਪਾਵਨ ਕਰ ਦਿੰਦੇ ਹੋ। ਉਤਪਤ ਪਰਲਿਆ ਚੋਜ ਸਭ ਤੁਮਰੇ, ਮਹਾਰਾਜ ਜੀ ਉਤਪਤੀ ਕਰਨੀ ਜਾਂ ਲੈਤਾ ਕਰਨੀ, ਹਿਰਦੇ ਦੇ ਵਿੱਚ ਗੁਰਸਿੱਖੀ ਪ੍ਰੇਮ ਜਗਾਉਣਾ ਮਹਾਰਾਜ ਜੀ, ਤੇ ਜਾਂ ਨਾਸ਼ ਕਰ ਦੇਣਾ, ਭਾਵ ਮਾਰਗ ਤੋਂ ਹੀ ਭਟਕਾ ਦੇਣਾ, ਇਹ ਤਾਂ ਹਜੂਰ ਤੁਹਾਡੇ
ਚੋਜ ਹਨ, ਉਤਪਤ ਪਰਲਿਆ ਚੋਜ ਸਭ ਤੁਮਰੈ, ਤੁਮ ਬਿਨ ਦੂਸਰ ਅਵਰ ਨਹੀਂ। ਮਹਾਰਾਜ ਜੀ ਤੁਹਾਡੇ ਤੋਂ ਬਿਨਾ ਦੂਜਾ ਹੋਰ ਹੋਵੇ ਤਾਂ ਉਹਦੇ ਅੱਗੇ ਅਰਦਾਸ ਕਰੀਏ, ਤੁਹਾਡੇ ਤੋਂ ਬਿਨਾ ਦੂਜਾ ਕੋਈ ਹੈ ਹੀ ਨਹੀਂ। ਮੋਹੇ ਅਨਾਥ ਕੇ ਦਾਤੇ ਸੁਆਮੀ, ਰਾਖ ਲਿਹੋ ਵੱਡ ਪੁੰਨ ਹੀ। ਸ੍ਰੀ ਸਰਬਲੋਕ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਧ ਸੰਗਤ ਜੀ ਐਸੀਆਂ ਅਰਦਾਸਾਂ ਕਰਦੇ ਹਨ ਕਿ ਮੋਹੇ ਅਨਾਥ ਕੇ ਦਾਤੇ ਸੁਆਮੀ, ਰਾਖ ਲਿਹੋ ਵੱਡ ਪੁੰਨ ਹੀ। ਇਹ ਵੱਡਾ ਪੁੰਨ ਹੈ ਮਹਾਰਾਜ ਜੀ, ਮੇਰੇ ਵਰਗੇ ਨੂੰ ਕੋਈ ਨਹੀਂ ਰੱਖਦਾ। ਵਿਸ਼ਵਾਸ ਘਾਤੀ ਕ੍ਰਿਤ ਕਣ ਮੈਂ ਕੋ ਨਾ ਰਖੰਦਾ, ਮੈਨੂੰ ਹਜੂਰ ਕੋਈ ਨਹੀਂ ਰੱਖਦਾ, ਆਪ ਆਪਣੀ ਸ਼ਰਨ ਵਿੱਚ ਰੱਖ ਲਵੋ। ਇਹ ਸਾਧ ਸੰਗਤ ਜੀ ਮਹਾਰਾਜ ਜੀਆਂ ਅੱਗੇ ਜਿਸ ਤਰ੍ਹਾਂ ਗੁਰਸਿੱਖ ਅਰਦਾਸ ਕਰਦੇ ਹਨ, ਜਿਹ ਬਿਦ ਮਨ ਕੋ ਸੰਸਾ ਚੁਕੈ ਭਉ ਨਿਦ ਪਾਰ ਪਰੋਂ। ਇਹ ਭੈ ਦਾ ਇੱਕ ਸੰਸਾਰ ਹਜੂਰ ਪਾਰ ਹੋ ਜਾਈਏ ਤਾਂ ਮਹਾਰਾਜ ਜੀਆਂ ਦੇ ਸਾਧ ਸੰਗਤ ਜੀ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਸ ਸਮੇਂ ਸੰਗਲਾ ਦੀਪ ਦੇ ਸਮੁੰਦਰ ਸਾਹਮਣੇ ਜਿਸ ਸਮੇਂ ਜਾਣਾ ਸੀ, ਸਮੁੰਦਰ ਆ ਗਿਆ। ਭਾਈ ਮਰਦਾਨਾ ਜੀਆਂ ਨੂੰ ਹਜੂਰ ਪੁੱਛਦੇ ਹਨ ਕਿ ਮਹਾਰਾਜ ਜੀ ਕਹਿੰਦੇ ਹਨ ਸਮੁੰਦਰ ਕਿਵੇਂ ਪਾਰ ਕਰਾਂਗੇ, ਤਾਂ ਭਾਈ ਮਰਦਾਨਾ ਜੀ ਮੁਸਕਾ ਕੇ ਕਹਿੰਦੇ ਹਨ, ਮਹਾਰਾਜ ਜੀ ਨਾਮ ਲਈਏ ਜੋ ਤੁਮ ਦਿਨ ਰਹਿਣਾ, ਸੋ ਭਵ ਸਾਗਰ ਨੰਗੈ ਸੁਖ ਚੈਣਾ। ਮਹਾਰਾਜ ਜੀ ਜੋ ਆਪ ਜੀਆਂ ਦਾ ਨਾਮ ਲੈਂਦਾ ਹੈ ਉਹ ਇਹ ਮਹਾਰਾਜ ਜੀ ਭਵ ਸਾਗਰ ਤੋਂ ਸੁਖ ਤੇ ਚੈਨ ਦੇ ਨਾਲ ਪਾਰ ਹੋ ਜਾਂਦਾ ਹੈ। ਇਹ ਸਾਗਰ ਕਿਆ ਤਰਨ ਦੁਹੇਲਾ, ਤਾਰੋ ਭਵਜਲ ਭੂਰ ਸੁਖੈਣਾ। ਮਹਾਰਾਜ ਜੀ ਇਹ ਸਾਗਰ ਵਰਨਾ ਤਰਨਾ ਭਾਵ ਪਾਰ ਹੋਣਾ ਕਿੱਡੀ ਕੋਈ ਗੱਲ ਹੈ। ਤੁਸੀਂ ਤਾਂ ਇਸ ਸੰਸਾਰ ਸਮੁੰਦਰ ਤੋਂ ਗੁਰਸਿੱਖਾਂ ਨੂੰ ਪਾਰ ਲਾਉਂਦੇ ਹੋ। ਹਜੂਰ ਦੇ ਸਾਧ ਸੰਗਤ ਜੀ ਰਹਾਉ ਤੱਕ ਦੇ ਸ਼ਬਦਾਂ ਦੀ ਆਪ ਜੀਆਂ ਨੇ ਪ੍ਰੇਮ ਦੇ ਸਹਿਤ ਕਥਾ ਸਰਵਣ ਕੀਤੀ ਹੈ। ਮਹਾਰਾਜ ਜੀ ਕਿਰਪਾ ਕਰਨ। ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸਰਬੱਤ ਸੰਗਤਾਂ ਬਖਸ਼ਣ ਯੋਗ ਹੋ ਬਖਸ਼ ਦੇਣਾ। ਅਰਦਾਸ ਕਰਨੀ ਮਹਾਰਾਜ ਬਲ ਬੁੱਧ ਸਮਰੱਥਾ ਬਖਸ਼ਣ। ਆਪਣਾ ਜਸ ਹਜੂਰ ਆਪ ਹੀ ਇਸੇ ਤਰ੍ਹਾਂ ਕਰਵਾ ਲਿਆ ਕਰਨ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਅਬ ਮੈਂ ਕੌਣ ਉਪਾਉ ਕਰੂੰ, ਜਿਹ ਬਿਦ ਮਨ ਕੋ ਸੰਸਾ ਚੁਕੈ, ਭਉ ਨਿਦ ਪਾਰ ਪਰਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।